ਰੀਅਲ ਸਟੇਟ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਕੈਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਸੋ ਹਮੇਸ਼ਾ ਦੀ ਤਰ੍ਹਾਂ ਅੱਜ ਸਾਡੇ ਨਾਲ ਇੱਕ ਵਾਰ ਫੇਰ ਸੁਧੀਰ ਮਹਿਤਾ ਜੀ ਸ਼ਾਮਲ ਨੇ ਪ੍ਰੋਗਰਾਮ ਰੀਅਲ ਸਟੇਟ ਟਾਕ ਦੇ ਵਿੱਚ ਔਰ ਅਸੀਂ ਇੱਥੇ ਗੱਲਬਾਤ ਕਰਦੇ ਹਾਂ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੀ ਕੁਝ ਹੋ ਰਿਹਾ, ਕੀ ਕੁਝ ਵਾਪਰ ਰਿਹਾ, ਕੀ ਕੁਝ ਨਵਾਂ ਹੋ ਰਿਹਾ। ਸੋ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਨੂੰ ਸਾਡੇ ਐਕਸਪਰਟ ਜਿਹੜੇ ਨੇ ਸੁਧੀਰ ਮਹਿਤਾ ਜੀ ਉਹ ਆਲਵੇਜ਼ ਸਟੂਡੀਓ 'ਚ ਆ ਕੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਉਂਦੇ ਨੇ। ਅਤੇ ਇੱਕ ਵਾਰੀ ਕਰੀਏ ਆਪਾਂ ਉਹਨਾਂ ਦਾ ਸਵਾਗਤ ਅਤੇ ਫਿਰ ਕਰਦੇ ਹਾਂ ਗੱਲਬਾਤ। ਸੁਧੀਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਨਿਰਲੇਪ ਜੀ। ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਅਤੇ ਤੁਹਾਨੂੰ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ। ਸੋ ਸੁਧੀਰ ਮਹਿਤਾ ਜੀ ਕਿਸ ਤਰ੍ਹਾਂ ਚੱਲ ਰਹੀ ਹੈ ਮਾਰਕੀਟ ਜਿਹੜੀ ਹੁਣ ਜਿਹੜੀ ਕੋਵਿਡ ਦੌਰਾਨ ਜਿਹੜੀ ਸੈਕੰਡ ਵੇਵ ਹਿੱਟ ਕੀਤੀ ਹੈ ਉਹਦੇ ਨਾਲ ਕੋਈ ਇਫੈਕਟ ਪਿਆ ਜਾਂ ਸਾਰਾ ਕੁਛ ਨੋਰਮਲ ਰੂਟੀਨ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਕਿ ਐਵਰੀਥਿੰਗ ਇਜ਼ ਗੋਇੰਗ ਅਪ ਐਂਡ ਸਾਰਾ ਕੁਛ ਸਮੂਥ ਚੱਲ ਰਿਹਾ। ਸੋ ਹਾਊ ਇਜ਼ ਦ ਮਾਰਕੀਟ ਜਿਹੜੀ ਸੈਕੰਡ ਵੇਵ ਹਿੱਟ ਹੋਈ ਆ ਉਹਦੇ ਨਾਲ ਕਿੰਨਾ ਕੁ ਫਰਕ ਪਿਆ ਜੀ? ਮਾਰਕੀਟ ਦੇ ਉੱਪਰ ਅਗਰ ਅਸੀਂ ਉਵੇਂ ਦੇਖੀਏ ਫਰਕ ਨਿਰਲੇਪ ਜੀ ਮਤਲਬ ਨੈਗੇਟਿਵ ਐਸਪੈਕਟ ਦੇ ਨਾਲ ਪਿਆ ਤੇ ਉਹ ਤੇ ਕੋਈ ਨਹੀਂ, ਪ੍ਰਾਈਸ ਔਰ ਟ੍ਰਾਂਜੈਕਸ਼ਨਸ ਉੱਪਰ ਹੀ ਜਾ ਰਹੀਆਂ ਨੇ ਜੀ। ਤੇ ਇਸ ਟਾਈਮ ਮਾਰਕੀਟ ਜਿਹੜੀ ਹੈ ਸਟਰੋਂਗ ਹੈ, ਦੋਨੋਂ ਪੱਖੋਂ ਹੀ ਮੈਂ ਇਹਨੂੰ ਸਟਰੋਂਗ ਕਹਾਂਗਾ। ਸੈਲਰ ਵਾਸਤੇ ਵੀ ਇਸ ਟਾਈਮ ਮਾਰਕੀਟ ਜਿਹੜੀ ਹੈ ਸਟਰੋਂਗ ਹੈ ਔਰ ਬਾਇਰ ਵਾਸਤੇ ਵੀ ਮਾਰਕੀਟ ਸਟਰੋਂਗ ਹੈ। ਜਿਹੜੀ ਪ੍ਰੋਪਰਟੀ ਜਿਹੜਾ ਕਾਰ ਮਾਰਕੀਟ ਵਿੱਚ ਆ ਰਿਹਾ ਇਸ ਟਾਈਮ ਉਹ ਹੱਥੋਂ ਹੱਥ ਵਿਕ ਵੀ ਰਿਹਾ ਹੈ ਔਰ ਕੀਮਤ ਵੀ ਜਿਹੜੀ ਹੈ ਡੇ ਬਾਈ ਡੇ ਅਗਰ ਅਸੀਂ ਰੋਜ਼ ਦਾ ਵੀ ਕੰਪੈਰੀਜ਼ਨ ਕਰੀਏ, ਪਿਛਲੇ ਸਾਲ ਤੋਂ ਸਾਲ ਦਾ ਕਰੀਏ, ਮਹੀਨੇ ਤੋਂ ਮਹੀਨੇ ਦਾ ਕਰੀਏ ਤੇ ਜਿਹੜੀ ਪ੍ਰਾਈਸਿਸ ਹੈ ਉਹ ਭਾਵੇਂ ਹੁਣ ਸੈਕਿੰਡ ਵੇਵ ਹੈ ਪਿੱਛੇ ਵੀ ਸਾਰੇ ਬਿਜ਼ਨਸ ਕਾਫੀ ਲੋ ਸੀ ਪਰ ਰੀਅਲ ਸਟੇਟ ਦੀ ਜਿਹੜੀ ਪ੍ਰਾਈਸਿੰਗ ਹੈ ਇਹ ਹਮੇਸ਼ਾ ਗ੍ਰਾਫ ਜਿਹੜਾ ਉੱਪਰ ਜਾ ਰਿਹਾ ਹੈ, ਇਹ ਥੱਲੇ ਨਹੀਂ ਆ ਰਿਹਾ। ਇਹ ਗ੍ਰਾਫ ਥੱਲੇ ਪ੍ਰਾਈਸ ਦਾ ਗ੍ਰਾਫ ਉਸ ਟਾਈਮ ਥੱਲੇ ਨਹੀਂ ਆਇਆ ਜਦੋਂ ਮਾਰਚ ਅਪ੍ਰੈਲ ਵਿੱਚ ਟ੍ਰਾਂਜੈਕਸ਼ਨਸ ਬਹੁਤ ਘੱਟ ਹੋ ਗਈਆਂ ਸੀ 2 ਮਹੀਨੇ, ਲੇਕਿਨ ਪ੍ਰਾਈਸ ਕਰਾਂ ਦੀ ਥੱਲੇ ਨਹੀਂ ਸੀ ਆਈ। ਪ੍ਰਾਈਸ ਵਾਈਜ਼ ਤੇ ਜਿਹੜਾ ਗ੍ਰਾਫ ਹੈ ਉੱਪਰ ਹੀ ਜਾ ਰਿਹਾ ਹੈ ਜੀ। ਤੇ ਇਹ ਜਿਹੜਾ ਇੰਡੀਕੇਸ਼ਨ ਹੈ ਇਹ ਸਟਰੋਂਗ ਮਾਰਕੀਟ ਦਾ ਇੰਡੀਕੇਸ਼ਨ ਹੈ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਟਰੋਂਗ ਮਾਰਕੀਟ ਇਸ ਵੇਲੇ ਹੈਗੀ ਹੈ, ਜਦੋਂ ਕੋਈ ਬਾਹਰ ਕੋਈ ਘਰ ਖਰੀਦਣ ਲਈ ਨਿਕਲਦਾ ਹਾਂਜੀ ਕਿ ਕਿੰਨਾ ਕੁ ਸਮਾਂ ਲੱਗ ਜਾਂਦਾ ਜਾਂ ਕਿਹੜੇ ਉਹਨੂੰ ਮਰਹਲਿਆਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਇੱਕ ਘਰ ਖਰੀਦਣ ਲਈ? ਕਿੰਨਾ ਟਾਈਮ ਲੱਗਦਾ ਸਾਰੇ ਕਾਸੇ? ਜੀ ਬੜਾ ਸੋਹਣਾ ਤੁਸੀਂ ਸਵਾਲ ਪੁੱਛਿਆ ਹੈ। ਇਹ ਪੂਰਾ ਇੱਕ ਪ੍ਰੋਸੈਸ ਹੁੰਦਾ ਹੈ ਜਿਹੜਾ ਜਨਰਲੀ ਜਿਹੜਾ ਹੈ ਅਗਰ ਤੁਹਾਡਾ ਰੀਅਲਟਰ ਜਿਹੜੇ ਰੀਅਲ ਸਟੇਟ ਜਿਹਨਾਂ ਨਾਲ ਤੁਸੀਂ ਕੰਮ ਕਰ ਰਹੇ ਹੋ ਉਹ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਕੰਮ ਕਰ ਰਿਹਾ ਹੈ, ਉਹ ਪੂਰੀ ਤਤਪਰਤਾ ਨਾਲ ਕਰ ਰਿਹਾ ਆਪਣੇ ਐਕਸਪੀਰੀਅੰਸ ਨਾਲ ਸਾਰਾ ਕੁਝ, ਤੇ ਨਾਲੇ ਉਹਨਾਂ ਨੂੰ ਉਸ ਏਜੰਟ ਨੂੰ ਤੁਹਾਡੀ ਸਾਰੀ ਜਿਹੜੀ ਜ਼ਰੂਰਤ ਹੈਗੀ ਨੇ ਉਹਦਾ ਅਗਰ ਪੂਰੀ ਤਰ੍ਹਾਂ ਪਤਾ ਹੈ ਤੇ ਜਨਰਲੀ ਕਾਰ ਬਾਇੰਗ ਪ੍ਰੋਸੈਸ ਜਿਹੜਾ ਹੈ 10 ਵੀਕ ਤੋਂ ਲੈ ਕੇ 12 ਵੀਕ ਵਿੱਚ ਸਮਾਪਤ ਹੋ ਜਾਂਦਾ ਹੈ। 10 ਵੀਕ ਤੋਂ ਲੈ ਕੇ 12 ਵੀਕ ਤੱਕ ਲੱਗਦੇ ਨੇ ਤੁਹਾਨੂੰ ਆਪਣਾ ਮਨਪਸੰਦੀਦਾ ਕਾਰ ਬਾਈ ਕਰਨ ਵਿੱਚ। ਪਰ ਗੱਲ ਉੱਥੇ ਹੀ ਆਉਂਦੀ ਹੈ ਕਿੰਨਾ ਸਮਾਂ ਤੁਸੀਂ ਦੇ ਰਹੇ ਹੋ, ਕਿੰਨਾ ਸਮਾਂ ਤੁਹਾਡਾ ਰੀਅਲਟਰ ਤੁਹਾਡੇ ਨਾਲ ਦੇ ਰਿਹਾ ਹੈ। ਇਸ ਵਾਸਤੇ ਮੈਂ ਕਿਹਾ ਹੈ ਅਗਰ ਰੀਅਲਟਰ ਤੁਹਾਡਾ ਪੂਰੀ ਤਰ੍ਹਾਂ ਤਤਪਰਤਾ ਨਾਲ ਕੰਮ ਕਰਦਾ ਹੈ ਤੇ ਜਨਰਲੀ 10 ਇੱਕ ਨਵੇਂ ਬਾਇਰ ਨੂੰ ਆਪਣੀ ਮਨਪਸੰਦ ਦਾ ਕਾਰ ਕਿਸੇ ਪ੍ਰੈਸ਼ਰ ਦੇ ਬਿਨਾ ਕਿਸੇ ਵੀ ਤਰ੍ਹਾਂ ਦੇ ਨਰਵਸ ਹੋਣ ਤੋਂ ਬਿਨਾ ਆਪਣੀ ਬੁੱਧੀ ਨਾਲ ਆਪਣੇ ਵਿਚਾਰ ਨਾਲ ਆਪਣੀ ਮਨਪਸੰਦੀਦਾ ਕਾਰ ਲੈਣ ਤੇ 10 ਤੋਂ 12 ਵੀਕ ਤੱਕ ਦਾ ਟਾਈਮ ਲੱਗ ਜਾਂਦਾ ਹੈ ਜੀ। ਸੋ ਕਿਸ ਤਰ੍ਹਾਂ ਜਿਹੜੀ ਸੈਲਰ ਮਾਰਕੀਟ ਤੇ ਬਾਹਰ ਮਾਰਕੀਟ ਚੱਲ ਰਹੀ ਹੈ ਇਸ ਵੇਲੇ ਮਾਰਕੀਟ ਦੇ ਵਿੱਚ ਕੀ ਕੁਝ ਹੋ ਰਿਹਾ ਉਹਦੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਦਿਓ ਜੀ। ਹਾਂ ਦੇਖੋ, 2 ਮਾਰਕੀਟਸ ਅਸੀਂ ਜਿਹੜੇ ਐਜ਼ ਏ ਰੀਅਲਟਰ ਅਸੀਂ ਲੈ ਕੇ ਚੱਲਦੇ ਹਾਂ। ਮਾਰਕੀਟ ਵਿੱਚ ਜਦੋਂ ਕੋਈ ਮੰਦੀ ਆਉਂਦੀ ਹੈ ਜਾਂ ਉਛਾਲ ਆਉਂਦਾ ਹੈ ਤੇ ਅਸੀਂ 2 ਫੈਕਟਰ ਦੇਖਦੇ ਹਾਂ। ਇੱਕ ਹੁੰਦੀ ਹੈ ਸੈਲਰਸ ਮਾਰਕੀਟ, ਦੂਜੀ ਹੁੰਦੀ ਹੈ ਬਾਇਰਸ ਮਾਰਕੀਟ ਜੀ। ਤੇ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਸੈਲਰ ਮਾਰਕੀਟਸ ਕੀ ਹੈ ਤੇ ਸੈਲਰ ਮਾਰਕੀਟ ਅਸੀਂ ਉਸ ਟਾਈਮ ਕਹਿੰਦੇ ਆ ਅੱਜ ਇਸ ਟਾਈਮ ਸੈਲਰ ਮਾਰਕੀਟ ਹੈ ਜਿਸ ਟਾਈਮ ਡਿਮਾਂਡ ਜਿਹੜੀ ਹੈ ਉਹ ਬਹੁਤ ਹਾਈ ਹੋਵੇ ਔਰ ਸਪਲਾਈ ਘੱਟ ਹੋਵੇ। ਮਤਲਬ ਬਾਇਰ ਜਿਹੜੇ ਖਰੀਦਣ ਵਾਲੇ ਨੇ ਉਹ ਜ਼ਿਆਦਾ ਨੇ ਤੇ ਜਿਹੜੇ ਕਾਰ ਲੱਗੇ ਹੋਏ ਨੇ ਲਿਸਟਿੰਗ ਜਿਹੜੀ ਹੈਗੀ ਨੇ ਮਾਰਕੀਟ ਵਿੱਚ ਅਵੇਲੇਬਲ ਜਿਹੜੇ ਕਾਰ ਨੇ ਉਹ ਘੱਟ ਨੇ ਤੇ ਉਹਨੂੰ ਅਸੀਂ ਕਹਿੰਦੇ ਆ ਸੈਲਰਸ ਮਾਰਕੀਟ। ਕਿਉਂ ਕਹਿੰਦੇ ਆ ਸੈਲਰ ਮਾਰਕੀਟ? ਕਿਉਂਕਿ ਉਸ ਟਾਈਮ ਸੈਲਰ ਦੇ ਹੱਥ 'ਚ ਲੱਡੂ ਨੇ, ਸੈਲਰ ਕੋਲ ਆਪਸ਼ਨ ਹੈਗੀਆਂ ਨੇ ਮੈਂ ਕਿਹੜੀ ਲਵਾਂ, ਕਿਹੜੀ ਆਫਰ ਲਵਾਂ, ਕਿਹੜੀ ਨਾ ਲਵਾਂ। ਕਿਉਂ ਕਿ ਉਹਨੂੰ ਪਤਾ ਹੈ ਇਸ ਟਾਈਮ ਮੰਨ ਲਓ ਇਹ ਕਾਰ ਹੈ ਬਾਇਰ 6 ਨੇ ਕਾਰ 1 ਹੈ ਤੇ ਹੁਣ ਸੈਲਰ ਨੂੰ ਆਪਸ਼ਨ ਹੈ ਉਹਨਾਂ 6 ਵਿੱਚੋਂ ਇੱਕ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਚੰਗਾ ਲੱਗੇ, ਉਹਦੇ ਮਨਪਸੰਦ ਦੀ ਕੀਮਤ ਦੇਵੇ ਤੇ ਉਹ ਉਹਦੇ ਮਨਪਸੰਦ ਦੀ ਕਲੋਜ਼ਿੰਗ ਲਵੇ, ਉਹ ਉਹਨੂੰ ਚੂਜ਼ ਕਰੇਗਾ। ਤੇ ਜਦੋਂ ਡਿਮਾਂਡ ਹਾਈ ਹੋਵੇ ਔਰ ਸਪਲਾਈ ਘੱਟ ਹੋਵੇ
ਉਹਨੂੰ ਕਹਿੰਦੇ ਨੇ ਸੈਲਰ ਮਾਰਕੀਟ, ਕਿਉਂਕਿ ਸੈਲਰ ਦੇ ਫੇਵਰ ਵਿੱਚ ਉਹ ਜਾਂਦੀ ਹੈ ਜੀ ਜੀ। ਤੇ ਦੂਜੇ ਪਾਸੇ ਅਗਰ ਅਸੀਂ ਆਈਏ ਬਾਇਰ ਮਾਰਕੀਟ ਅਸੀਂ ਉਹਨੂੰ ਕਹਿੰਦੇ ਆ ਜਦੋਂ ਡਿਮਾਂਡ ਜਿਹੜੀ ਹੈ ਉਹ ਇੰਨੀ ਹਾਈ ਨਹੀਂ ਹੈ ਔਰ ਸਪਲਾਈ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੈ। ਮਤਲਬ ਕਹਿੰਦਾ ਹੈ ਕਿ ਕਾਰ ਲਿਸਟਿੰਗ ਬਹੁਤ ਸਾਰੀ ਲੱਗੀਆਂ ਹੋਈਆਂ ਨੇ ਲੇਕਿਨ ਕਾਰ ਦੀ ਸ਼ੋਇੰਗ ਘੱਟ ਹੋ ਰਹੀਆਂ ਨੇ, ਬਾਇਰ ਘੱਟ ਇੰਟਰਸਟ ਲੈ ਰਿਹਾ ਹੈ, ਬਾਇਰ ਘੱਟ ਨੇ। ਉਸ ਟਾਈਮ ਅਸੀਂ ਇਹਨੂੰ ਬਾਇਰਸ ਮਾਰਕੀਟ ਕਹਿੰਦੇ ਆ, ਕਿਉਂਕਿ ਇਹ ਬਾਇਰ ਦੇ ਫੇਵਰ ਵਿੱਚ ਹੈਗੀ ਹੈ। ਬਾਇਰ ਘਰੋਂ ਨਿਕਲਿਆ ਹੈ, ਉਹ ਹੁਣ 4 ਕਾਰ ਦੇਖ ਰਿਹਾ, 6 ਕਾਰ ਦੇ 10 ਕਾਰ ਦੇਖ ਰਿਹਾ, ਸਾਰੇ ਆਲਮੋਸਟ ਸੇਮ ਤਰ੍ਹਾਂ ਦੇ। ਹੁਣ ਸੇਮ ਪ੍ਰਾਈਸ ਫੈਕਟਰ ਦੇ ਵਿੱਚ ਜਿਹੜਾ ਕਿ ਪ੍ਰਾਈਸ ਫੈਕਟਰ ਉਹਦਾ ਹੈਗਾ, ਉਹਦੇ ਵਿੱਚ ਉਹਦੇ ਕੋਲ ਆਪਸ਼ਨ ਜ਼ਿਆਦਾ ਨੇ ਬੈਟਰ ਤੋਂ ਬੈਟਰ ਕਾਰ ਨੂੰ ਲੈਣ ਦੀਆਂ। ਤੇ ਇਹਨੂੰ ਅਸੀਂ ਕਹਿੰਦੇ ਆ, ਇਹ ਜਿਹੜੀ ਮਾਰਕੀਟ ਹੁੰਦੀ ਹੈ ਬਾਇਰਸ ਮਾਰਕੀਟ, ਜਦੋਂ ਡਿਮਾਂਡ ਜਿਹੜੀ ਹੈ ਉਹ ਘੱਟ ਹੋਵੇ, ਸਪਲਾਈ ਜ਼ਿਆਦਾ ਹੋਵੇ ਤੇ ਇਹ ਬਾਇਰ ਨੂੰ ਫੇਵਰ ਕਰਦੀ ਹੈ। ਪਰ ਇਸ ਟਾਈਮ ਮਾਰਕੀਟ ਦੇ ਵਿੱਚ ਜਿਹੜੇ ਦੋਨੋਂ ਫੈਕਟਰ ਨੇ ਦੋਨੋਂ ਹੀ ਸਟਰੋਂਗ ਨੇ। ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਇਸ ਟਾਈਮ ਕਿ ਬਈ ਇਹ ਜਿਹੜੀ ਹੁਣ ਜਿਹੜੀ ਮਾਰਕੀਟ ਜਿਹੜੀ ਅੱਡ ਚੱਲ ਰਹੀ ਹੈ ਇਹ ਸੈਲਰ ਵਾਸਤੇ ਵੀ ਓਨੀ ਸਟਰੋਂਗ ਹੈ ਔਰ ਬਾਇਰ ਵਾਸਤੇ ਵੀ ਓਨੀ ਹੀ ਸਟਰੋਂਗ ਹੈ। ਤੇ ਮੈਨੂੰ ਉਮੀਦ ਹੈ ਕਿ ਪਹਿਲਾਂ ਪਰ ਹੁਣ ਪਤਾ ਲੱਗ ਗਿਆ ਹੋਵੇਗਾ ਕਿ ਸੈਲਰ ਮਾਰਕੀਟ ਅਸੀਂ ਕਿਹਨੂੰ ਕਹਿੰਦੇ ਆ ਔਰ ਬਾਇਰ ਮਾਰਕੀਟ ਕਿਹਨੂੰ ਕਹਿੰਦੇ ਆ। ਅਗਰ ਫਿਰ ਵੀ ਕੋਈ ਸਵਾਲ ਕਿਸੇ ਭੈਣ ਭਰਾ ਦੇ ਮਨ 'ਚ ਜਿੰਦੇਵ ਜੀ ਆਉਂਦਾ ਹੈ ਤੇ ਉਹ ਮੈਨੂੰ ਕਾਲ ਕਰਕੇ ਇਹਦੀ ਵਧੇਰੇ ਜਾਣਕਾਰੀ ਲੈ ਸਕਦੇ ਨੇ। ਜੀ ਬਿਲਕੁਲ ਜੀ, ਸਕਰੀਨ ਤੇ ਨੰਬਰ ਹੈਗੇ ਸੁਧੀਰ ਮਹਿਤਾ ਜੀ ਦੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਫੋਨ ਕਰਕੇ ਗੱਲਬਾਤ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ। ਇੱਕ ਵਾਰੀ ਗੱਲ ਜ਼ਰੂਰ ਕਰੋ ਇਹਨਾਂ ਦੇ ਨਾਲ ਜੇਕਰ ਤੁਸੀਂ ਕੋਈ ਵੀ ਚੀਜ਼ ਜਿਹੜੀ ਆਪਣੀ ਰੀਅਲ ਸਟੇਟ ਦੇ ਸੰਬੰਧ ਵਿੱਚ ਕੋਈ ਵੀ ਚੀਜ਼ ਬਾਏ ਕਰਨੀ ਹੈ ਜਾਂ ਕੋਈ ਵੀ ਪ੍ਰਾਪਰਟੀ ਤੁਸੀਂ ਸੈੱਲ ਕਰਨੀ ਹੈ। ਸੋ ਸੁਧੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੈਲਰ ਮਾਰਕੀਟ ਜਦੋਂ ਆਪਾਂ ਕਹਿੰਦੇ ਕਿ ਓਵਰ ਸੋਲਡ ਓਵਰ ਆਸਕਿੰਗ, ਹਾਂਜੀ ਕੁਝ ਇਸ ਤਰ੍ਹਾਂ ਲਿਖਿਆ ਹਾਂਜੀ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਸੈਲਰ ਮਾਰਕੀਟ ਸੀ। ਬਿਲਕੁਲ। ਦੇਖੋ ਮੰਨ ਲਓ ਕਿ ਮੈਂ ਬਾਇਰ ਹਾਂ, ਮੈਂ ਇਸ ਏਰੀਆ ਵਿੱਚ ਕੰਮ ਕਰਨਾ ਵਾ, ਮੇਰੇ ਬੱਚੇ ਸਕੂਲ ਜਾਂਦੇ ਨੇ, ਮੇਰੇ ਕੋਲ ਬੜਾ ਲਿਮਿਟਿਡ ਮੇਰਾ ਦਾਇਰਾ ਹੈ ਕਿ ਜਿਹਨੂੰ ਮੈਂ ਐਕਸਪੈਂਡ ਕਰ ਸਕਦਾ ਵਾਂ। ਮੈਨੂੰ ਐਸੇ ਏਰੀਆ ਵਿੱਚ ਕਾਰ ਚਾਹੀਦਾ ਹੈ ਤੇ ਮੈਂ ਪਿਛਲੇ 6-7 ਮਹੀਨੇ ਤੋਂ ਕਾਰ ਦੇਖ ਰਿਹਾ, ਪ੍ਰੋਪਰਟੀ ਆ ਨਹੀਂ ਰਹੀ। ਇਹ ਕਾਰ ਅਗਰ ਆਉਂਦਾ ਮੰਨ ਲਓ ਉਹ ਕਾਰ ਕਹਿੰਦਾ ਜੀ 8.5 ਲੱਖ ਦਾ ਹੈ, ਉਹ ਮੇਰਾ ਬਜਟ ਵੀ 8.5 ਲੱਖ ਤੱਕ ਹੈਗਾ, ਮੈਂ ਹੁਣ ਕਾਰ ਦੇਖ ਕੇ ਆਉਣਾ ਵਾ, ਉਹ ਮੈਨੂੰ ਲੱਗਦਾ ਹੁਣ ਉਸ ਕਾਰ ਨੂੰ ਦੇਖਣਾ ਤਾਂ ਹੋਰ ਬੰਦੇ ਵੀ ਮੇਰੇ ਵਰਗੇ ਆ ਰਹੇ ਨੇ ਤੇ ਹੁਣ ਮੈਂ ਸੋਚ ਰਿਹਾ ਬਈ 8.5 ਲੱਖ ਮੇਰੀ ਸੀ। ਮੈਂ ਆਪਣੇ ਏਜੰਟ ਦੇ ਨਾਲ ਗੱਲ ਕਰਨਾ, ਮੇਰਾ ਏਜੰਟ ਕਹਿੰਦਾ ਦੇਖੋ ਜੀ ਕਾਰ ਇੱਕੋ ਹੀ ਹੈ ਤੇ ਉਹ ਕਈ ਵਾਰੀ ਮਲਟੀਪਲ ਤੇ ਆਏ ਹੁੰਦੇ ਨੇ ਤੇ ਫਿਰ ਅਗਰ ਮੇਰੀ ਜਿਹੜੀ ਦਾਇਰਾ ਜਿਹੜਾ ਬੜਾ ਮੇਰਾ ਲਿਮਿਟ ਰੱਖਿਆ ਹੋਇਆ ਮੈਂ ਹੁਣ ਉਸ ਕਾਰ ਦੇ ਉੱਪਰ ਮਲਟੀਪਲ ਦਾ ਮਤਲਬ ਜਿਹੜਾ ਸੈਲਰ ਹੈ ਉਹਨੂੰ ਵੀ ਪਤਾ ਇਸ ਚੀਜ਼ ਦਾ, ਉਹ ਆਪਣੀ ਪ੍ਰੋਪਰਟੀ ਤੇ ਜ਼ਿਆਦਾ ਆਫਰਸ ਮੰਗਣਾ ਚਾਹ ਰਿਹਾ ਹੈ, ਆਪਣੀ ਪ੍ਰੋਪਰਟੀ ਦੀ ਮੈਕਸਿਮਮ ਕੀਮਤ ਲੈਣਾ ਚਾਹ ਰਿਹਾ ਹੈ। ਤੇ ਹੁਣ ਉਹ ਕੀ ਕਰਦਾ ਹੈ ਤੇ ਮਤਲਬ ਮੈਨੂੰ ਏਜੰਟ ਮੈਨੂੰ ਦੱਸ ਦੇਗਾ ਬਈ ਇਸ ਤਰ੍ਹਾਂ ਸੁਧੀਰ ਜੀ ਇਹ 8.5 ਦਾ ਬਜਟ ਹੈ, ਤੁਸੀਂ ਥੋੜਾ ਉੱਪਰ ਥੱਲੇ ਵੀ ਜਾ ਸਕਦੇ ਹੋ। ਹੁਣ ਮੈਂ ਦੇਖਣਾ ਵਾ ਬਈ ਮੈਨੂੰ 6 ਮਹੀਨੇ 7 ਮਹੀਨੇ ਹੋ ਗਏ ਨੇ, ਇੱਥੋਂ ਬਾਹਰ ਮੈਂ ਜਾਣਾ ਨਹੀਂ, ਮੈਂ ਇੱਥੇ ਹੀ ਰਹਿਣਾ ਹੈ ਤੇ ਅਗਰ ਮੈਨੂੰ 10 15 20 ਹਜ਼ਾਰ ਉੱਤੇ ਵੀ ਜਾਣਾ ਪੈਂਦਾ ਹੈ ਤੇ ਮੈਂ ਜਾ ਕੇ ਉਹ ਪ੍ਰੋਪਰਟੀ ਲੈਣ ਦੀ ਕੋਸ਼ਿਸ਼ ਕਰਨਾ ਵਾ। ਤੇ ਇਸ ਤਰ੍ਹਾਂ ਜਿਹੜਾ ਹੈ ਮਤਲਬ ਜਿਹੜੀ ਬੈਲੈਂਸ ਹੋ ਜਾਂਦੀ ਹੈ। ਹੁਣ ਸੈਲਰ ਨੂੰ ਵੀ ਪਤਾ ਕਿ ਵੀ 8.5 ਦਾ ਸੀ, ਲੇਕਿਨ ਕਿਉਂਕਿ ਉਹਦੇ ਉੱਪਰ ਹੁਣ ਇੱਕ ਬੰਦਾ ਉਹ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਮਿਲ ਜਾਏ, ਮੈਂ 8.5 ਦਾ ਤਾਂ ਐਸਾ ਚੰਗਾ ਕਿਤੇ ਮੈਂ ਵੀ ਸਗਾ ਲੈ ਲਾਂਗਾ, ਕਿਤੇ ਹੋਰ ਕੋਨੇ 'ਚ ਲੈ ਲਾਂਗਾ। ਇੱਕ ਬੰਦਾ ਕਹਿੰਦਾ ਮੇਰਾ ਇਹੋ ਏਰੀਆ ਹੈ, ਹੁਣ ਉਹਦੇ ਵਾਸਤੇ ਲਿਮਿਟੇਸ਼ਨਸ ਹੋ ਗਈ, ਉਹ ਉਸ ਪ੍ਰੋਪਰਟੀ ਨੂੰ 10 20 25 ਹਜ਼ਾਰ ਫਾਲਤੂ ਦੇ ਕੇ ਵੀ ਲਏਗਾ। ਤੇ ਇਸ ਤਰ੍ਹਾਂ ਉਹਨੂੰ ਜਿਹੜਾ ਸੈਲਰ ਹੈ ਉਹਨੂੰ ਬੈਨੀਫਿਟ ਹੋਏਗਾ। ਬਿਲਕੁਲ ਜੀ। ਔਰ ਸੁਧੀਰ ਮਹਿਤਾ ਜੀ ਨਾਲ ਗੱਲ ਕਰਨੀ ਹੈ, ਨੰਬਰ ਸਕਰੀਨ ਤੇ ਤੁਹਾਡੇ ਸਾਹਮਣੇ ਆ ਰਹੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਕੋਈ ਵੀ ਪ੍ਰਾਪਰਟੀ ਖਰੀਦਣੀ ਚਾਹੁੰਦੇ ਹੋ, ਵੇਚਣੀ ਚਾਹੁੰਦੇ ਹੋ, ਘਰ ਲੈਣਾ ਚਾਹੁੰਦੇ ਹੋ, ਫਸਟ ਟਾਈਮ ਬਾਇਰ ਹੋ ਤਾਂ ਤੁਸੀਂ ਸੁਧੀਰ ਮਹਿਤਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਸੁਧੀਰ ਜੀ, ਜਦੋਂ ਆਪਾਂ ਘਰ ਬਾਏ ਕਰਦੇ ਹਾਂ ਉਦੋਂ ਇੱਕ ਤਾਂ ਹਰ ਇੱਕ ਬੰਦੇ ਨੂੰ ਪਤਾ ਕਿ ਜਿਹੜੀ ਮੌਰਗੇਜ ਇੱਕ ਤਾਂ ਉਹ ਆਪਾਂ ਨੇ ਪੇ ਕਰਨੀ ਹੈਗੀ ਹੈ, ਜਾਂ ਉਹ ਖਰਚਾ ਹੁੰਦਾ ਆਪਣਾ ਇੱਕ ਬਹੁਤ ਵੱਡਾ ਖਰਚਾ ਜਿਹੜਾ ਕਿ 25-30 ਸਾਲ ਵਾਸਤੇ ਆਪਾਂ ਬੈਂਕ ਨਾਲ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਜਿਹੜੇ ਕਿ ਫਾਈਨੈਂਸ ਕਰਦੇ ਆ ਉਹਨਾਂ ਦੇ ਨਾਲ ਆਪਾਂ ਬਾਉਂਡ ਹੁੰਦੇ ਆ। ਸੋ ਇਹਦੇ ਇਲਾਵਾ ਕੁਝ ਜਿਹੜੇ ਹੋਰ ਖਰਚੇ ਵੀ ਜਿਹੜੇ ਹੁੰਦੇ ਹੈਗੇ ਆ ਉਹ ਪੈਂਦੇ ਆ, ਉਹ ਤੁਸੀਂ ਸਾਡੇ ਜਿਹੜੇ ਦਰਸ਼ਕ ਹੈਗੇ ਆ ਨਵੇਂ ਨਿਊ ਬਾਇਰਸ ਆ, ਕਿਉਂਕਿ ਕਈ ਵਾਰੀ ਆਪਾਂ ਸੋਚਦੇ ਕਿ ਇੰਨਾ ਹੀ ਖਰਚਾ, ਪਰ ਉਹਦੇ ਜਿਹੜੇ ਉੱਪਰਲੇ ਖਰਚੇ ਹੁੰਦੇ ਉਹ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਨਹੀਂ ਹੁੰਦੇ ਜਾਂ ਅਸੀਂ ਉਹਨੂੰ ਸੋਚਦੇ ਨਹੀਂ, ਉਦੋਂ ਪਤਾ ਲੱਗਦਾ ਜਦੋਂ ਕਲੋਜ਼ਿੰਗ ਟਾਈਮ ਆ ਗਿਆ ਤੇ ਹੁਣ ਆਹ ਖਰਚੇ ਹੋਰ ਵੀ ਪੈਣੇ ਹੈਗੇ ਆ। ਸੋ ਕਿਹੜੇ ਹੋਰ ਖਰਚੇ ਤੁਹਾਡੇ ਹਿਸਾਬ ਦੇ ਨਾਲ ਪੈਂਦੇ ਹੈਗੇ? ਦੇਖੋ ਨਿਰਲੇਪ ਜੀ, ਬੜਾ ਸੋਹਣਾ ਤੁਸੀਂ ਸਵਾਲ ਕੀਤਾ ਹੈ। ਜਿਹੜੀ ਇੱਕ ਮੋਰਗੇਜ ਹੈਗੀ ਹੈ, ਚਲੋ ਉਹ ਤੇ ਹੈ ਹੀ ਹੈ, ਉਹਦੇ ਇਲਾਵਾ
ਇੱਕ ਮੈਂ ਤਾਂ 1.5% ਕਹਿ ਕੇ ਰੱਖਣਾ, 2 ਪੈਸੇ ਫਾਲਤੂ ਹੋਣ ਦੇ ਕਦੀ ਮਤਲਬ ਐਨ ਟਾਈਮ 'ਤੇ ਆ ਕੇ ਕੋਈ ਪ੍ਰੋਬਲਮ ਖੜੀ ਨਹੀਂ ਹੁੰਦੀ। 1% ਤੋਂ ਲੈ ਕੇ 1.5% ਤੱਕ ਕਲੋਜ਼ਿੰਗ ਕਾਸਟ ਜਿਵੇਂ ਅਸੀਂ ਕਹਿੰਦੇ ਆ ਉਹਦਾ ਖਰਚਾ ਹੁੰਦਾ, ਜਿੰਦੇ ਵਿੱਚ ਵਕੀਲ ਦੇ ਪੈਸੇ ਨਾ, ਵਕੀਲ ਦੀ ਫੀਸ ਹੈ, ਤੁਹਾਡੇ ਜਿਹੜਾ ਉਹ ਡਿਸਬਰਸਮੈਂਟ ਕਰਦਾ ਵੀ ਉਹ ਜਿਹੜੀ ਪ੍ਰੋਪਰਟੀ ਜਿਹੜੀ ਤੁਸੀਂ ਲੈ ਰਹੇ ਹੋ ਉਹਦੇ ਉੱਪਰ ਮਤਲਬ ਬਿਜਲੀ ਪਾਣੀ ਦਾ ਬਿੱਲ ਕਿੰਨੀ ਤਰੀਕ ਤੱਕ ਤੁਸੀਂ ਦੇਣਾ, ਉਸ ਤੋਂ ਬਾਅਦ ਤੁਸੀਂ ਜ਼ਿੰਮੇਦਾਰ ਹੋ, ਉਸ ਤੋਂ ਪਹਿਲਾਂ ਦਾ ਜਿਹੜਾ ਸੈਲਰ ਉਹ ਜ਼ਿੰਮੇਦਾਰ ਹੈ, ਠੀਕ ਹੈ। ਹੋਮ ਇਨਸਪੈਕਸ਼ਨ ਤੁਸੀਂ ਕਰਵਾਉਣਾ, ਉਹ ਤੁਹਾਡਾ ਆਪਣਾ ਖਰਚਾ ਹੈ। ਤੇ ਜੇ ਤੁਹਾਡਾ ਹੈਗਾ ਕੰਡੋਮੀਨੀਅਮ ਤੇ ਸਟੇਟਸ ਸਰਟੀਫਿਕੇਟ ਲੈਣਾ ਹੈ, ਉਹ ਤੁਹਾਡਾ ਖਰਚਾ ਹੈ। ਮਤਲਬ ਇਹ ਜਿਹੜੇ ਖਰਚੇ ਨੇ, ਵਕੀਲ ਦਾ ਖਰਚਾ ਹੋ ਗਿਆ। ਅਗਰ ਤੁਸੀਂ ਮੋਰਗੇਜ ਲੈ ਰਹੇ ਹੋ ਤੇ ਮੋਰਗੇਜ ਕੋਈ ਐਵੇਂ ਦਾ ਬੰਦਾ ਹੈ ਜਾਂ ਐਵੇਂ ਦੀ ਸਿਚੁਏਸ਼ਨ ਆ ਗਈ ਹੈ ਕਿ ਤੁਹਾਨੂੰ ਮੋਰਗੇਜ ਫੀਸ ਦੇਣੀ ਪੈ ਰਹੀ ਹੈ, ਉਹਨੂੰ ਤੁਸੀਂ ਕੈਲਕੂਲੇਟ ਕਰੋ, ਠੀਕ ਹੈ। ਤੇ ਜਿਹੜੇ ਤੁਸੀਂ ਮਤਲਬ ਕੋਈ ਜਿਹੜਾ ਪ੍ਰੋਪਰਟੀ ਟੈਕਸ ਵਗੈਰਾ ਹੈ, ਸਾਰਾ ਕੁਝ ਇਹ ਜਿਹੜੇ ਚੀਜ਼ਾਂ ਹੈਗੀਆਂ ਨੇ, ਇਹ 1% ਤੋਂ ਲੈ ਕੇ 1.5% ਤੱਕ ਤੁਸੀਂ ਮੰਨ ਕੇ ਚੱਲੋ ਤੁਹਾਡੀ ਕਲੋਜ਼ਿੰਗ ਕਾਸਟ ਹੋਏਗੀ, ਜਿਹਦੇ 'ਚ ਮੂਵਿੰਗ ਵੀ ਆ ਰਹਿੰਦੀ ਹੈ, ਕੱਲ੍ਹ ਨੂੰ ਤੁਸੀਂ ਮੂਵ ਵੀ ਕਰਨਾ ਹੈ, ਠੀਕ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੀ ਕਲੋਜ਼ਿੰਗ ਕਾਸਟ ਅਸੀਂ ਇਹਨੂੰ ਕਹਿੰਦੇ ਹਾਂ 1% ਤੋਂ ਲੈ ਕੇ 1.5% ਤੱਕ ਦਾ ਤੁਸੀਂ ਮਾਰਕਅਪ ਲੈ ਕੇ ਜ਼ਰੂਰ ਚੱਲੋ। ਤੇ ਦੂਸਰੀ ਗੱਲ, ਹੁਣ ਇਹ ਤੁਸੀਂ ਘਰ ਲੈਣ ਤੋਂ ਪਹਿਲੇ ਕਲੋਜ਼ਿੰਗ ਟਾਈਮ ਤੇ ਐਸੇ ਵਾਸਤੇ ਅਸੀਂ ਇਹਨੂੰ ਕਹਿੰਦੇ ਕਲੋਜ਼ਿੰਗ ਕਾਸਟ। ਤੇ ਹੁਣ ਦੂਜਾ ਖਰਚਾ ਜਿਹੜੇ ਮੋਰਗੇਜ ਦੇ ਇਲਾਵਾ ਘਰ ਦੇ ਹੁੰਦੇ ਨੇ ਉਹ ਵੀ ਹੈਗੇ ਨੇ, ਜਿਵੇਂ ਪ੍ਰੋਪਰਟੀ ਟੈਕਸ ਹੈ। ਹੁਣ ਕਈ ਜਿਹੜੇ ਬਾਇਰਸ ਨੇ ਆਪਣਾ ਪ੍ਰੋਪਰਟੀ ਟੈਕਸ ਜਿਹੜਾ ਹੈ ਉਹਨੂੰ ਆਪਣੇ ਕਹਿ ਕੇ ਆਪਣੇ ਮੋਰਗੇਜ ਵਾਲੇ ਨੂੰ ਉੱਤੇ ਉਹ ਮਤਲਬ ਉਹਦੇ ਵਿੱਚ ਹੀ ਐਡ ਕਰ ਲੈਂਦੇ ਨੇ ਜੀ। ਤੇ ਉਵੇਂ ਪ੍ਰੋਪਰਟੀ ਟੈਕਸ ਕਈ ਆਪਣਾ ਆਪ ਹੀ ਦਿੰਦੇ ਨੇ, ਤੇ ਇਹ ਤੁਹਾਡੀ ਮਰਜ਼ੀ ਹੁੰਦੀ ਹੈ। ਤੇ ਮੋਰਗੇਜ ਦੇ ਇਲਾਵਾ ਪ੍ਰੋਪਰਟੀ ਟੈਕਸ ਹੈ, ਉਹ ਤੁਸੀਂ ਮੰਥਲੀ ਪੇ ਕਰੋ, ਤੁਸੀਂ ਈਅਰਲੀ ਪੇ ਕਰੋ, ਤੁਸੀਂ ਕੁਆਟਰਲੀ ਕਰੋ, ਜੋ ਉਹ ਤੁਹਾਡਾ ਹਿਸਾਬ ਹੈ, ਰਾਈਟ। ਉਸ ਦੇ ਇਲਾਵਾ ਬਿਜਲੀ ਦਾ ਬਿੱਲ ਹੈ, ਪਾਣੀ ਦਾ ਬਿੱਲ ਹੈ, ਹੀਟ ਦਾ ਬਿੱਲ ਹੈ, ਇਹ ਜਿਹੜੇ ਸਾਰੇ ਖਰਚੇ ਨੇ ਇਹ ਤੁਸੀਂ ਇਹਨਾਂ ਦਾ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ। ਧਿਆਨ ਰੱਖੋ। ਅੱਛਾ, ਅਗਰ ਹੈਗੀ ਹੈ ਤੁਹਾਡੀ ਕੰਡੋਮੀਨੀਅਮ ਤੇ ਉਹਦੇ ਵਿੱਚ ਮੇਨਟੇਨੈਂਸ ਕਾਸਟ ਵੀ ਹੁੰਦੀ ਹੈ। ਇਹ तमाम ਜਿਹੜੇ ਖਰਚੇ ਨੇ, ਇਹ ਜਿਸ ਤਰ੍ਹਾਂ ਮੋਰਗੇਜ ਚੱਲਦੀ ਹੈ, ਐਜ਼ ਲੌਂਗ ਐਜ਼ ਯੂ ਹੈਵ ਦੈਟ ਪ੍ਰੋਪਰਟੀ, ਇਹ ਖਰਚੇ ਵੀ ਨਾਲ ਚੱਲਦੇ ਨੇ। ਤੁਹਾਨੂੰ ਹਰ ਮਹੀਨੇ ਤੁਹਾਨੂੰ ਬਿਜਲੀ ਦਾ ਬਿੱਲ ਵੀ ਦੇਣਾ ਹੈ, ਤੁਹਾਨੂੰ ਪਾਣੀ ਦਾ ਬਿੱਲ ਵੀ ਦੇਣਾ ਹੈ, ਹੀਟ ਦਾ ਵੀ ਦੇਣਾ ਹੈ, ਇਹ ਸਾਰੇ ਖਰਚੇ ਵੀ ਨਾਲ ਚੱਲਦੇ ਨੇ। ਇਹਨਾਂ ਦਾ ਵੀ ਖਿਆਲ ਰੱਖੋ। ਅਗਰ ਤੁਹਾਨੂੰ ਕੋਈ ਕਹਿੰਦਾ ਜੀ ਤੁਹਾਡੀ $2000 ਮੋਰਗੇਜ ਆਏਗੀ, ਤੁਸੀਂ ਕਹਿੰਦੇ ਚਲੋ $2000 ਹੀ ਹੈ ਤਾਂ ਮੈਂ ਕਰ ਲਾਂਗਾ, ਤੁਸੀਂ ਧਿਆਨ ਅਗਰ ਨਹੀਂ ਦਿੰਦੇ ਕਿ ਦੂਜੇ ਪਾਸੇ ਜਿਹੜੇ ਹੋਰ ਖਰਚੇ ਵੀ ਹੈਗੇ ਨੇ, ਤੇ ਉਹ ਫਿਰ ਤੁਹਾਨੂੰ ਥੋੜੀ ਜਿਹੀ ਦਿੱਕਤ ਆ ਸਕਦੀ ਹੈ। ਜਦੋਂ ਤੁਸੀਂ ਕੈਲਕੂਲੇਸ਼ਨ ਕਰਨੀਆਂ ਨੇ, ਪੂਰੀ ਤਰ੍ਹਾਂ ਪੈਨ ਪੇਪਰ ਲਾ ਕੇ ਤਸੱਲੀ ਦੇ ਨਾਲ ਬਹਿ ਕੇ ਪੂਰੇ ਪਰਿਵਾਰ ਦੇ ਨਾਲ ਇੱਕ ਚੀਜ਼ ਲਿਖੋ, ਠੀਕ ਹੈ। ਮੋਰਗੇਜ ਇਜ਼ ਓਨਲੀ ਵਨ ਫੈਕਟਰ ਜੀ, ਠੀਕ ਹੈ। ਆਪਣੇ ਮੈਂ ਟੋਟਲ ਜਿਹੜਾ ਹੈ ਮੈਂ ਆਪਣੀ ਜੇਬ ਤੋਂ ਇਹ ਕਾਰ ਨੂੰ ਓਨ ਕਰਨ ਵਾਸਤੇ ਐਨੇ ਪੈਸੇ ਦੇ ਸਕਣਾ ਵਾ ਜੀ। ਉਹਦੇ ਵਿੱਚ ਤੁਸੀਂ ਆਪਣੀ ਕਲੋਜ਼ਿੰਗ ਮਤਲਬ ਜਿਹੜੇ ਤੁਸੀਂ ਬਿੱਲ ਬੱਤੀਆਂ ਦੇ ਪੈਸੇ ਨੇ ਉਹ ਵੀ ਲਾ ਲਓ। ਤੇ ਜੇ ਥੋੜਾ ਜਿਹਾ ਕਾਰ ਡਵੈਲਿੰਗ ਤੁਹਾਡੀ ਓਲਡ ਹੈ, ਥੋੜਾ ਬਹੁਤ ਖਰਚਾ ਜਿਹੜਾ ਤੁਸੀਂ ਟੁੱਟ ਫੁੱਟ ਦਾ ਵੀ ਆਪਣਾ ਮਤਲਬ ਅੱਜ ਇਹ ਹੋ ਗਿਆ, ਕੱਲ ਪੇਂਟ ਕੀਤਾ, ਹੁਣ ਇਹ ਕੀਤਾ, ਥੋੜਾ ਉਹ ਵੀ ਲੈ ਕੇ ਚੱਲੋ। ਤੇ ਤੁਸੀਂ ਥੋੜਾ ਜਿਹਾ ਮੋਰਗੇਜ, ਅਗਰ ਤੁਸੀਂ ਖਾਲੀ ਮੋਰਗੇਜ ਰੱਖ ਕੇ ਤੁਸੀਂ ਆਪਣਾ ਕੈਲਕੂਲੇਸ਼ਨ ਕਰ ਰਹੇ ਹੋ ਤੇ ਫਿਰ ਤੁਸੀਂ ਥੋੜਾ ਜਿਹਾ ਕੁਸ਼ਨ ਰੱਖ ਕੇ ਚੱਲੋ, ਤਾਂ ਕਿ ਕੱਲ ਨੂੰ ਕੋਈ ਦੂਜਾ ਖਰਚਾ ਆਉਂਦਾ ਹੈ ਤੇ ਤੁਹਾਨੂੰ ਥੋੜੀ ਜਿਹੀ ਦਿੱਕਤ ਨਾ ਪਵੇ। ਇੱਥੇ ਮੈਂ ਨਿਰਲੇਪ ਜੀ ਇੱਕ ਗੱਲ ਜ਼ਰੂਰ ਕਹਾਂਗਾ, ਜਿਹੜੇ ਹੁਣ ਆਪਣੀ ਕਮਿਊਨਿਟੀ ਆਪਣੇ ਭੈਣਾਂ ਭਰਾ ਨੇ, ਉਹ ਜ਼ਿਆਦਾਤਰ ਮੈਂ ਦੇਖਿਆ ਜਦੋਂ ਆਉਂਦੇ ਨੇ ਉਹ ਤਾਂ ਜੀ ਮੈਂ ਮੋਰਗੇਜ ਬੇਸਮੈਂਟ ਕਿਰਾਏ ਤੇ ਦੇ ਦਾਂਗਾ ਜਾਂ ਇੱਕ ਕਮਰਾ ਦੇ ਦਾਂਗਾ ਤੇ ਮੇਰਾ 1000-1500 ਉੱਥੋਂ ਆ ਜਾਏਗਾ, 800 ਉੱਥੋਂ ਆ ਜਾਏਗਾ, ਛੋਟਾ ਜਿਹਾ ਘਰ 600-700 ਉੱਥੋਂ ਆ ਜਾਏਗਾ। ਉਹ ਉਸ ਚੀਜ਼ ਨੂੰ ਲੈ ਕੇ ਕੈਲਕੂਲੇਸ਼ਨ ਵਿੱਚ ਕੰਸੀਡਰ ਕਰ ਲੈਂਦੇ ਨੇ। ਐਵੇਂ ਦੀ ਤੁਸੀਂ ਗਲਤੀ ਨਾ ਕਰੋ। ਉਹ ਅਗਰ ਕੱਲ ਤੁਹਾਡੀ ਬੇਸਮੈਂਟ ਚੜ੍ਹਦੀ ਹੈ ਜਾਂ ਕੋਈ ਇੱਕ ਰੂਮ ਚੜ੍ਹਦਾ ਹੈ, ਜੋ ਵੀ ਹੈ ਉਹਨੂੰ ਤੁਸੀਂ ਬੋਨਸ ਸਮਝੋ। ਉਹ ਇੱਕ ਤਰ੍ਹਾਂ ਤੁਸੀਂ ਐਕਸਟਰਾ ਇਨਕਮ ਸਮਝ ਲਓ, ਤੁਸੀਂ ਸਾਈਡ ਤੇ ਰੱਖੋ, ਕੱਲ ਨੂੰ ਲੋੜ ਪਵੇ ਤਾਂ। ਤੇ ਜੇ ਤੁਸੀਂ ਉਹਨੂੰ ਬੇਸ ਕਰਕੇ ਆਪਣੀ ਕੈਲਕੂਲੇਸ਼ਨ ਕਰ ਲਈਆਂ ਨੇ ਤੇ ਕੱਲ ਨੂੰ ਕਿਤੇ ਝਟਕਾ ਤੇ ਉਧਰ ਆ ਰਹਿੰਦਾ ਹੈ, ਤੁਹਾਨੂੰ ਕੁਝ ਹੋਰ ਮਤਲਬ 2-4-6 ਮਹੀਨੇ ਖਾਲੀ ਰਹਿ ਗਈ, ਠੀਕ ਹੈ, ਜਾਂ ਕਿਹਨਾਂ ਨੇ ਪੇ ਨਹੀਂ ਕੀਤਾ, ਰਾਈਟ। ਹੁਣ ਜਿਵੇਂ ਦਾ ਟਾਈਮ ਆਦਾ ਚੱਲ ਰਿਹਾ, ਰਾਈਟ। ਹੁਣ ਕਈ ਟੀਨੈਂਟਸ ਬਚਾ ਰਹੇ ਨੇ ਜਿਹੜੇ ਹਰ ਦੁਨੀਆ ਘਰ ਬੈਠੀ ਹੈ, ਰਾਈਟ। ਤੇ ਉਹ ਅਗਰ ਥੋੜਾ ਅੱਗੇ ਪਿੱਛੇ ਹੋ ਗਏ ਤੇ ਜੇ ਤੁਸੀਂ ਉਸ ਬੇਸ ਤੇ ਆਪਣੀ ਸਾਰੀ ਅਗਲੀ ਪਲੈਨਿੰਗ ਕੀਤੀ ਹੋਈ ਹੈ, ਸਾਰੀ ਕੈਲਕੂਲੇਸ਼ਨਸ ਕੀਤੀਆਂ ਹੋਈਆਂ ਨੇ, ਤੁਸੀਂ ਥੋੜਾ ਜਿਹਾ ਪ੍ਰੋਬਲਮ ਵਿੱਚ ਆ ਜਾਓਗੇ। ਉਹ ਜਿਹੜੇ ਚੀਜ਼ ਬੇਸਮੈਂਟ ਤੇ ਰੈਂਟ ਚੜ੍ਹ ਜਾਏਗੀ, ਤੁਹਾਡੀ ਬਹੁਤ ਚੰਗੀ ਗੱਲ ਹੈ। ਉਹ ਤੁਸੀਂ ਉਹਨੂੰ ਇੱਕ ਬੋਨਸ ਸਮਝੋ, ਨਾ ਕਿ ਤੁਸੀਂ ਆਪਣੇ ਉਹਨੂੰ ਖਰਚੇ ਵਿੱਚ ਸ਼ਾਮਿਲ ਕਰੋ। ਜੋ ਤੁਸੀਂ ਆਪਣੇ ਖਰਚੇ ਵਿੱਚ ਸ਼ਾਮਿਲ ਜਿਹੜੀ ਚੀਜ਼ਾਂ ਕਰਨੀਆਂ ਨੇ, ਆਪਣੀ ਤੁਸੀਂ ਫਾਈਨਲ ਕੈਲਕੂਲੇਸ਼ਨਸ ਕਰਨੀਆਂ ਨੇ, ਉਹਨੂੰ ਤੁਸੀਂ ਬਿਲਕੁਲ ਜਿਹੜੇ ਤੁਹਾਡੇ ਹੱਥ 'ਚ ਤੁਸੀਂ ਜਿਹੜੀ ਇਨਕਮ ਕਰਦੇ, ਤੁਹਾਨੂੰ ਪਤਾ ਮੇਰੀ ਇਨਕਮ ਕਿੰਨੀ ਹੈ, ਤੁਹਾਡੇ ਬੈਂਕ ਵਿੱਚ ਕਿੰਨਾ ਪਿਆ ਹੋਇਆ ਹੈ, ਤੇ ਤੁਹਾਡੀ ਜਿਹੜੀ ਫਿਕਸ ਜਿਹੜੀ ਤੁਹਾਨੂੰ ਪਤਾ ਵੀ ਇਹ ਮੈਨੂੰ ਹਰ ਹਾਲ 'ਚ ਆ ਰਹੀ, ਉਹਦੇ ਤੇ ਬੇਸ ਹੋ ਕੇ ਹੀ ਤੁਸੀਂ ਕਰੋ। ਮੈਂ ਤਾਂ ਇਹੋ ਕਹਾਂਗਾ, ਮੰਨ ਲਓ ਕਿ ਜੇ ਤੁਹਾਡੀ
ਅਫੋਰਡੇਬਿਲਿਟੀ ਜਿਹੜੀ ਹੈਗੀ ਹੈ, ਮੰਨ ਲਓ ਤੁਹਾਨੂੰ ਬੈਂਕ ਕਹਿੰਦਾ ਜੀ ਤੁਸੀਂ 2,500 ਤੱਕ ਦੀ ਤੁਸੀਂ ਮੋਰਗੇਜ ਤੁਸੀਂ ਮਹੀਨੇ ਦੀ ਤੁਹਾਡੀ ਤੁਸੀਂ ਕਰ ਸਕਦੇ ਹੋ। ਤੁਸੀਂ 22-2300 ਤੇ ਹੱਥ ਰੱਖੋ, ਉੱਥੇ 100-200 ਦਾ ਥੋੜਾ ਰੂਮ ਰੱਖੋ, ਉਹ ਤੁਹਾਡੇ ਔਖੇ ਵੇਲੇ ਤੁਹਾਡੇ ਕੰਮ ਆਏਗੀ, ਤੁਹਾਨੂੰ ਲਾਭ ਪਹੁੰਚਾਏਗੀ। ਜੇ ਤੁਸੀਂ ਨੈਕ ਟੂ ਨੈਕ ਚੱਲੋਗੇ, ਜਦ ਤੱਕ ਚੱਲਦਾ ਰਿਹਾ ਤਦ ਤੱਕ ਠੀਕ ਚੱਲਦਾ ਰਿਹਾ, ਜੇ ਕਿਤੇ ਬ੍ਰੇਕ ਕਿਸੇ ਤਰ੍ਹਾਂ ਦਾ ਆ ਗਿਆ ਉੱਥੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਔਰ ਅਸੀਂ ਅਕਸਰ ਜਿਹੜੀ ਇਹ ਗੱਲਬਾਤ ਕਰਦੇ ਹਾਂ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡਾ ਜਿਹੜਾ ਬੇਸਮੈਂਟ 'ਚੋਂ ਸਾਡਾ ਇੰਨਾ ਮੌਰਗੇਜ ਚੱਕੀ ਜਾਏਗੀ, ਉਹਨੂੰ ਤੁਸੀਂ ਬੋਨਸ ਜਿਵੇਂ ਤੁਸੀਂ ਕਹਿ ਮੰਨ ਸਕਦੇ ਹੋ, ਪਰ ਉਹਨੂੰ ਗਰੰਟਡ ਨਹੀਂ ਆਪਾਂ ਲੈ ਸਕਦੇ, ਕਿਉਂਕਿ ਕਈ ਵਾਰੀ ਪ੍ਰੋਬਲਮਸ ਬਹੁਤ ਆ ਜਾਂਦੀਆਂ, ਬੇਸਮੈਂਟ ਵਾਲਿਆਂ ਨਾਲ ਵੀ ਪ੍ਰੋਬਲਮ ਆ ਸਕਦੀ, ਹੋ ਸਕਦਾ ਰੈਂਟ ਹੀ ਨਾ ਦੇਣ ਤੁਹਾਨੂੰ 2-3 ਮਹੀਨੇ, ਫਿਰ ਕੀ ਕਰੋਗੇ? ਸੋ ਜਿਹੜੀ ਇਹ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਹੈਗੀਆਂ, ਤਾਂ ਰੀਅਲ ਸਟੇਟ ਏਜੰਟ ਦੇ ਨਾਲ ਤੁਸੀਂ ਬੈਠਦੇ ਹੋ, ਉਹਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ। ਸੁਦੀਪ ਜੀ, ਖਾਸ ਕਰਕੇ ਇਸ ਵਿਸ਼ੇ ਦੇ ਵਿੱਚ ਹਮੇਸ਼ਾ ਇਹ ਖਿਆਲ ਰੱਖਣਾ ਜੀ, ਤੁਹਾਡੀ ਨੀਡਸ ਕੀ ਨੇ, ਤੁਹਾਡੀ ਰਿਕੁਆਇਰਮੈਂਟਸ ਕੀ ਨੇ। ਜਿਹੜਾ ਰੀਅਲਟਰ ਇਹਨਾਂ ਦੋ ਚੀਜ਼ਾਂ ਤੇ ਫੋਕਸ ਕਰਦਾ ਹੈ, ਤੁਹਾਡੀ ਗੱਲ ਧਿਆਨ ਦੇ ਨਾਲ ਸੁਣਦਾ ਹੈ, ਉਹ ਤੁਹਾਨੂੰ ਪ੍ਰੋਪਰ ਸਲਾਹ ਦੇ ਸਕਦਾ ਹੈ। ਜੀ ਬਿਲਕੁਲ। ਔਰ ਇਹਦੇ 'ਚ ਕਈ ਵਾਰੀ ਉਹ ਵੀ ਹੋ ਜਾਂਦਾ ਜੀ ਕਿ ਜਿਹੜਾ ਤੁਹਾਡੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ, ਹੋ ਸਕਦਾ ਉਹ ਜਦੋਂ ਤੁਸੀਂ ਰੀਅਲਟਰ ਨਾਲ ਬੈਠ ਕੇ ਕਰੋਗੇ, ਹੋ ਸਕਦਾ ਜਿਹੜਾ ਤੁਸੀਂ ਸੋਚ ਰਹੇ ਹੋ ਕਿ ਬੇਸਮੈਂਟ ਤੋਂ ਸਾਨੂੰ ਰੈਂਟ ਆ ਜਾਏਗਾ, ਉਹ ਹੋ ਸਕਦਾ ਤੁਹਾਨੂੰ ਰੀਅਲ ਸਟੇਟ ਏਜੰਟ ਇਹ ਸਲਾਹ ਦੇਵੇ ਕਿ ਇੱਕ ਬੈਡਰੂਮ ਘੱਟ ਹੀ ਲੈ ਲਓ ਤੇ ਉਹ 'ਤੇ ਡਿਪੈਂਡ ਨਾ ਕਰੋ, ਨਾਲੇ ਤੁਹਾਡੀ ਮੌਰਗੇਜ ਘੱਟ ਹੋਵੇ, ਘਰ ਛੋਟਾ ਹੋਵੇਗਾ, ਕਿਉਂਕਿ ਤੁਹਾਡੀ ਨੀਡ ਨਹੀਂ ਇੰਨੀ। ਸੋ ਨੀਡ ਨੂੰ ਜਦੋਂ ਆਪਾਂ ਰੱਖ ਕੇ ਸਾਹਮਣੇ ਤੇ ਫਿਰ ਆਪਾਂ ਚੱਲਦੇ ਹਾਂ। ਵਾਂਟ ਤਾਂ ਸਾਡੀ ਬਹੁਤ ਹੈਗੀ ਆ, ਵੱਡਾ ਘਰ ਹੋਵੇ, ਪਰ ਜਦੋਂ ਆਪਾਂ ਵਾਂਟ ਦੇ ਪਿੱਛੇ ਭੱਜਦੇ ਹਾਂ ਨਾ, ਤਾਂ ਉਦੋਂ ਫਿਰ ਪ੍ਰੋਬਲਮ ਆਉਂਦੀ ਹੈਗੀ ਹੈ। ਆਪਾਂ ਨੂੰ ਨੀਡ ਦੇਖਣੀ ਚਾਹੀਦੀ ਹੈ ਕਿ ਨੀਡ ਕੀ ਆ, ਆਪਣੀ ਲੋੜ ਕੀ ਆ ਉਸ ਵੇਲੇ। ਸੋ ਇੱਕ ਰੀਅਲ ਸਟੇਟ ਜਿਹੜਾ ਚੰਗਾ ਰੀਅਲ ਸਟੇਟ ਏਜੰਟ ਆ, ਉਹ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਸਕਦਾ, ਔਰ ਤੁਸੀਂ ਇਸ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਦੇ ਵਿੱਚ ਜਿਹੜੀ ਅਗਾਊਂ ਪ੍ਰੋਬਲਮ ਆਉਣੀਆਂ ਉਹ ਤੋਂ ਬਚ ਸਕਦੇ ਹੋ। ਸੋ ਕੁਛ ਹੋਰ ਕਹਿਣਾ ਚਾਹ ਰਹੇ ਜੀ? ਹਾਂਜੀ, ਔਰ ਇਹ ਜਿਹੜੀ ਗੱਲਬਾਤ ਹੈ ਨਿਰਲੇਪ ਜੀ, ਇਹ ਗੱਲਬਾਤ ਉਹਨਾਂ ਉਸ ਬਾਇਰਸ ਵਾਸਤੇ ਆਈ ਹੈ ਜਿਹੜਾ ਬਾਇਰ ਕਾਰ ਆਪਣੇ ਵਾਸਤੇ ਲੈ ਰਿਹਾ ਹੈ। ਉਹ ਰੈਂਟਲ ਇਨਕਮ ਇੱਕ ਮਤਲਬ ਹੁਣ ਇੱਕ ਇਨਵੈਸਟਰ ਹੈ, ਉਹ ਪ੍ਰੋਪਰਟੀ ਲੈ ਰਿਹਾ, ਉਹਨੇ ਰੈਂਟਲ ਇਨਕਮ ਵਾਸਤੇ ਹੀ ਲੈ ਰਿਹਾ ਹੈ, ਉਹਨੇ ਕੰਡੋ ਲੈ ਕੇ ਰੈਂਟ ਤੇ ਹੀ ਦੇਣਾ ਹੈ, ਉਹਦੇ ਵਾਸਤੇ ਇੱਕ ਅਲੱਗ ਚੀਜ਼ ਹੈ। ਲੇਕਿਨ ਇਹ ਜਨਰਲੀ ਅਸੀਂ ਆਪਣੇ ਰਹਿਣ ਵਾਸਤੇ ਕਾਰ ਲੈ ਰਹੇ ਹਾਂ, ਆਪਣੇ ਵਾਸਤੇ ਸਭ ਕਰ ਰਹੇ ਹਾਂ, ਉਹਦਾ ਮੈਂ ਫਿਰ ਕਿਸੇ ਦਿਨ ਤੱਕ ਦੱਸਾਂਗਾ। ਉਹ ਇੱਕ ਰੈਂਟਲ ਪ੍ਰੋਪਰਟੀ ਹੁੰਦੀ ਹੈ, ਪਰ ਉਹਦੇ ਬੈਂਕ ਲੀਜ਼ ਦੇ ਪੇਪਰ ਵਗੈਰਾ ਦੇਖਦਾ ਹੈ, ਸਭ ਕੁਛ ਕਰਦਾ ਹੈ, ਉਹ ਹਿਸਾਬ ਨਾਲ ਉਹ ਵੀ ਮਤਲਬ ਕੁਛ ਪਰਸੈਂਟੇਜ ਹੈ ਜਿਹਨੂੰ ਉਹ ਕੈਲਕੂਲੇਟ ਕਰਦੇ ਨੇ। ਇਹ ਜਿਹੜੀ ਗੱਲਬਾਤ ਹੈ, ਇਹ ਜਨਰਲ ਬਾਇਰ ਵਾਸਤੇ ਜਿਹੜਾ ਅਸੀਂ ਆਪਣੇ ਰਹਿਣ ਵਾਸਤੇ ਕਾਰ ਦੇਖਨੇ ਆ ਤੇ ਸੋਚਦੇ ਹਾਂ ਅੱਛਾ ਬਈ ਮੇਰੀ ਜਿਹੜੀ ਇਹ $1000 ਥੱਲੋਂ ਆ ਜਾਏਗਾ, ਐ ਮੈਂ ਕਾਰ ਲੈ ਲਵਾਂ ਤੇ 1500 ਮੈਂ ਕਰ ਦਾਂਗਾ, ਮੈਂ 2500 ਮੈਂ ਦੇ ਸਕਣਾ ਵਾ। ਐਵੇਂ ਦੀ ਗਲਤੀ ਨਾ ਕਰਨਾ, ਕੱਲ ਨੂੰ ਪ੍ਰੋਬਲਮ ਹੋ ਸਕਦੀ ਹੈ। ਇਹ ਤਾਂ ਉਹਨਾਂ ਵਾਸਤੇ ਆ। ਦੂਜਾ ਨਿਰਲੇਪ ਜੀ, ਕਈ ਵਾਰੀ ਸਾਨੂੰ ਸਵਾਲ ਆਉਂਦਾ ਹੈ, ਹੁਣ ਮੈਨੂੰ 1.5 ਵੀਕ ਹੋ ਗਿਆ, ਇੱਕ ਕਾਲ ਆਈ ਸੀ ਰਾਤ ਨੂੰ, ਉਹ ਵੀ ਮਤਲਬ 9:30 ਪੌਣੇ 10 ਦੇ ਕਰੀਬ, ਕਿ ਜੀ ਮੈਂ ਕਾਰ ਲੈਣਾ ਚਾਹੁੰਦਾ, ਮੈਨੂੰ ਤੁਸੀਂ ਕਿੰਨੇ ਪੈਸੇ ਮੇਰੇ ਲੱਗਣੇ, ਕਿੰਨੀ ਫੀਸ ਮੇਰੇ ਲੋਗੇ ਮੈਨੂੰ। ਮੈਂ ਹੈਰਾਨ ਹੋ ਗਿਆ ਪਹਿਲੇ ਤੇ, ਜਾਂ ਤੇ ਉਹ ਵਿਚਾਰੇ ਬਿਲਕੁਲ ਨਵੇਂ ਸੀ, ਤੇ ਜੇ ਤੁਸੀਂ ਹੁਣ ਉਸ ਫੋਨ ਕਾਲ ਦਾ ਮੈਨੂੰ ਧਿਆਨ ਆ ਗਿਆ, ਉਹਦੇ ਮੈਂ ਬੇਸ ਸਾਰਿਆਂ ਨੂੰ ਮੈਂ ਕਹਾਂਗਾ ਭੈਣ ਭਰਾਵਾਂ ਨੂੰ, ਜਦੋਂ ਤੁਸੀਂ ਕਾਰ ਬਾਈ ਕਰ ਰਹੇ ਹੋ ਐਜ਼ ਏ ਬਾਇਰ, ਔਰ ਖਾਸ ਤੌਰ ਤੇ ਜਿਹੜੀ ਇਨ ਜਨਰਲ ਮੈਂ ਗੱਲ ਕਰ ਰਿਹਾ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਵਾਸਤੇ, ਤੁਸੀਂ ਆਪਣੇ ਰਹਿਣ ਵਾਸਤੇ ਕਾਰ ਬਾਈ ਕਰ ਰਹੇ ਹੋ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਰੂਪ ਵਿੱਚ ਕੋਈ ਫੀਸ ਨਹੀਂ, ਕੋਈ ਪੈਸਾ ਨਹੀਂ ਦੇਣਾ, ਕੋਈ ਉਹਦੀ ਕਾਸਟ ਨਹੀਂ। ਤੁਸੀਂ 4 ਘਰ ਦੇਖੋ, ਤੁਸੀਂ 40 ਘਰ ਦੇਖੋ, 10 ਘਰ ਦੇਖੋ, ਤੁਹਾਨੂੰ ਜਦ ਤੱਕ ਤੁਹਾਡੀ ਮਨਪਸੰਦ ਦਾ ਘਰ ਨਜ਼ਰ ਨਹੀਂ ਮਿਲਦਾ, ਤਾਂ ਤੱਕ ਤੁਸੀਂ ਆਪਣੀ ਸੁਤੰਤਰ ਬੁੱਧੀ ਨਾਲ ਆਪਣੇ ਬਿਲਕੁਲ ਬਿਨਾਂ ਕਿਸੇ ਪ੍ਰੈਸ਼ਰ ਦੇ, ਬਿਨਾਂ ਕਿਸੇ ਲਗ ਲਬਾਵ ਦੇ, ਬਿਨਾਂ ਕਿਸੇ ਕਹੇ ਸੁਣੇ ਦੇ, ਆਪਣੇ ਤਸੱਲੀ ਦੇ ਨਾਲ ਦੇਖੋ। ਜਦੋਂ ਤੁਹਾਨੂੰ ਤੁਹਾਡਾ ਤਸੱਲੀ ਜਿਹੜੇ ਘਰ ਦੇਖਦੇ ਹੋ ਉਹਦੇ ਨਾਲ ਪੂਰੀ ਤਸੱਲੀ ਹੋ ਜਾਏ, ਹਾਂ ਇਹ ਏਰੀਆ ਵੀ ਠੀਕ ਹੈ, ਘਰ ਵੀ ਠੀਕ ਹੈ, ਤਦ ਤੁਸੀਂ ਕਾਰ ਲੈਣਾ ਹੈ। ਅਗੇਨ ਕਾਰ ਲੈਣ ਵਿੱਚ ਬਾਇਰ ਨੂੰ 1 ਪੈਸੇ ਦੀ ਕਾਸਟ ਨਹੀਂ ਆਉਂਦੀ, ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ। ਮੈਂ ਤੇ ਇਨਸਿਸਟ ਕਰ ਰਿਹਾ ਵਾਂ, ਕਿਸੇ ਵੀ ਤਰ੍ਹਾਂ ਦੀ ਬਾਇਰ ਨੂੰ 1 ਵੀ ਪੈਸਾ ਕਿਸੇ ਵੀ ਰੀਅਲਟਰ ਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਜੀ ਬਿਲਕੁਲ ਜੀ, ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ। ਸੁਦੀਪ ਜੀ, ਕੁਝ ਲਿਸਟਿੰਗ ਤੁਸੀਂ ਲੈ ਕੇ ਆਏ ਸੀ, ਮੈਨੂੰ ਜ਼ਿਕਰ ਕਰ ਰਹੇ ਸੀ ਆਫ ਦੀ ਈਅਰ, ਉਹ ਆਪਾਂ ਜੀ ਲਿਸਟਿੰਗ ਸਾਡੇ ਸਰੋਤੇ ਆ, ਦਰਸ਼ਕ ਆ, ਉਹਨਾਂ ਦੇ ਨਾਲ ਸਾਂਝੀ ਕਰੋ। ਜੇ ਕਿਸੇ ਨੂੰ ਕੋਈ ਉਹਦੇ ਵਿੱਚੋਂ ਚਾਹੀਦਾ ਹੋਵੇ ਤਾਂ ਤੁਹਾਨੂੰ ਕਾਲ ਕਰਕੇ ਉਹ ਤੁਹਾਡੇ ਨਾਲ
ਰਾਬਤਾ ਕਾਇਮ ਕਰ ਸਕਦੇ ਆ। ਹਾਂਜੀ ਨੀਲੇਪ ਜੀ, ਮੈਂ ਹਮੇਸ਼ਾ ਹੀ ਥੋੜ੍ਹੇ ਜਿਹੀਆਂ ਦੋ ਚਾਰ ਪੰਜ ਸਿਲੈਕਟਡ ਲਿਸਟਿੰਗਸ ਲੈ ਕੇ ਆਉਣਾ ਵਾ ਜੀ। ਇਹਦਾ ਮਤਲਬ ਇਹ ਨਹੀਂ ਕਿ ਸਿਰਫ ਐਨੀਆਂ ਲਿਸਟਿੰਗ ਬਹੁਤ ਹੁੰਦੀਆਂ ਨੇ ਤੇ ਪੂਰੇ ਜੀਟੀ ਦੇ ਵਿੱਚ ਮੈਂ ਕੰਮ ਕਰਨਾ ਵਾ, ਤੇ ਇਹ ਮੈਂ ਚੁਣੀਆਂ ਲਿਸਟਿੰਗ ਥੋੜ੍ਹੀਆਂ ਲੈ ਕੇ ਆਇਆ ਆਪਣੇ ਭੈਣ ਭਰਾਵਾਂ ਵਾਸਤੇ। ਇੱਕ ਡਿਕਸੀ ਰੋਡ ਔਰ ਕਲਾਰਕ ਬੁਲੇਵਾਰਡ ਬ੍ਰਾਂਪਟਨ ਵਿੱਚ ਇੱਕ ਕੰਡੋਮੀਨੀਅਮ ਅਪਾਰਟਮੈਂਟ ਹੈਗਾ 2 ਬੈਡਰੂਮ ਦਾ, 2 ਬੈਡਰੂਮ 1 ਵਾਸ਼ਰੂਮ ਕੰਡੋਮੀਨੀਅਮ ਅਪਾਰਟਮੈਂਟ ਡਿਕਸੀ ਰੋਡ ਔਰ ਕਲਾਰਕ ਬੁਲੇਵਾਰਡ ਤੇ ਹੈਗਾ ਹੈ ਬ੍ਰਾਂਪਟਨ ਦੇ ਵਿੱਚ 4,29,900 ਦਾ, $429,900। ਤੇ ਜੇ ਕੋਈ ਭੈਣ ਭਰਾ ਦੇਖ ਰਿਹਾ ਹੈ ਬ੍ਰਾਂਪਟਨ ਦੇ ਏਰੀਆ ਵਿੱਚ ਕੰਡੋਮੀਨੀਅਮ 2 ਬੈਡਰੂਮ ਵਾਲਾ, ਤੇ ਉਹ ਇਹ ਪ੍ਰੋਪਰਟੀ ਬਹੁਤ ਸੋਹਣੀ ਹੈ, ਮੈਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਨੇ। ਬਿਲਕੁਲ। ਉਸ ਤੋਂ ਬਾਅਦ ਨਿਰਲੇਪ ਜੀ ਇੱਕ ਪ੍ਰੋਪਰਟੀ ਹੈਗੀ ਏ, ਇਹ ਟੋਰਾਂਟੋ ਦੀ ਪ੍ਰੋਪਰਟੀ ਹੈ, ਵਾਟਰ ਫਰੰਟ ਪ੍ਰੋਪਰਟੀ ਹੈ, ਇਹਨੂੰ ਮੈਂ ਡਾਊਨ ਟਾਊਨ ਕਹਿ ਸਕਦਾ ਵਾਂ। ਡਾਊਨ ਟਾਊਨ ਨਹੀਂ ਛੋੜ ਕੇ ਡਾਊਨ ਜਿਹੜਾ ਲੇਕ ਸ਼ੋਰ ਦਾ ਏਰੀਆ ਹੈ, ਇਹ ਪ੍ਰੋਪਰਟੀ ਉੱਥੇ ਹੈਗੀ, ਇਸ ਵਾਸਤੇ ਇਹਨੂੰ ਵਾਟਰ ਫਰੰਟ ਕਿਹਾ ਮੈਂ। ਇਹ ਹੈਗੀ ਬਾਥਰ ਸਟਰੀਟ ਔਰ ਫਰੰਟ ਸਟਰੀਟ ਤੇ। ਹੁਣ ਜਿਹੜੇ ਭੈਣ ਭਰਾ ਉਸ ਏਰੀਆ ਦੇ ਨਾਲ ਵਾਕਫ ਨੇ, ਜਾਣੂ ਨੇ ਉਸ ਏਰੀਆ ਦੇ, ਉਹਨਾਂ ਨੂੰ ਪਤਾ ਹੋਏਗਾ ਇਹ ਕਿੰਨੀ ਹੌਟ ਜਗ੍ਹਾ ਹੈਗੀ ਹੈ। ਬਾਥਰ ਸਟਰੀਟ ਔਰ ਫਰੰਟ ਸਟਰੀਟ ਦੇ ਇੰਟਰਸੈਕਸ਼ਨ ਤੇ ਵਾਟਰ ਫਰੰਟ ਪ੍ਰੋਪਰਟੀ ਹੈਗੀ ਹੈ 1 ਬੈਡਰੂਮ 1 ਵਾਸ਼ਰੂਮ ਕੰਡੋਮੀਨੀਅਮ ਅਪਾਰਟਮੈਂਟ। ਧਿਆਨ ਦੇਣਾ, 1 ਬੈਡਰੂਮ 1 ਵਾਸ਼ਰੂਮ ਦਾ ਕੰਡੋਮੀਨੀਅਮ ਅਪਾਰਟਮੈਂਟ ਹੈਗਾ ਹੈ ਵਾਟਰ ਫਰੰਟ ਪ੍ਰੋਪਰਟੀ ਬਾਥਰਸਟ ਔਰ ਫਰੰਟ ਸਟਰੀਟ ਤੇ, ਔਰ ਇਹ ਪ੍ਰੋਪਰਟੀ ਦੀ ਕੀਮਤ ਹੈਗੀ ਹੈ $5,75,000 $575,000 for this beautiful 1 bedroom 1 washroom condominium apartment waterfront property in Toronto। ਤੇ ਉਸ ਤੋਂ ਬਾਅਦ ਜਿਹੜੀ ਤੀਜੀ ਪ੍ਰੋਪਰਟੀ ਹੈਗੀ ਏ, ਉਹ ਹੈਗੀ ਏ ਬ੍ਰਾਂਪਟਨ ਦੇ ਵਿੱਚ ਲੇਕਵੁੱਡ ਰੋਡ ਔਰ ਕੁਈਨ ਸਟਰੀਟ ਵੈਸਟ। ਬ੍ਰਾਂਪਟਨ ਦੇ ਵਿੱਚ ਇਹ ਪ੍ਰੋਪਰਟੀ ਹੈ, ਇਹ ਸੈਮੀ ਡਿਟੈਚ ਘਰ ਹੈ ਨੀਲੇਪ ਜੀ। This is semi-detached home. It is 2 story, 3 bedroom, 3 washroom, Brampton ਦਾ ਏਰੀਆ, ਲੇਕਵੁੱਡ ਰੋਡ ਔਰ ਕੁਈਨ ਸਟਰੀਟ ਵੈਸਟ ਦੇ ਏਰੀਆ ਦੇ ਵਿੱਚ ਹੈਗੀ ਹੈ। ਔਰ ਇਸ ਪ੍ਰੋਪਰਟੀ ਦੀ ਕੀਮਤ ਹੈਗੀ ਹੈ ਸਿਰਫ ਔਰ ਸਿਰਫ $6,99,900 $699,900। 3 bedroom 3 washroom semi-detached home in Brampton। ਉਸ ਤੋਂ ਬਾਅਦ ਇੱਕ ਪ੍ਰੋਪਰਟੀ ਵੌਨ ਚ ਹੈਗੀ ਹੈ, ਇਹ ਵੌਨ ਮਿਲਸ ਔਰ ਹਾਈਵੇ 27। ਹੁਣ ਜਿਹੜੇ ਭੈਣ ਭਰਾ ਜਾਣਦੇ ਨੇ, ਵੌਨ ਦਾ ਏਰੀਆ ਬਹੁਤ ਹੀ ਜ਼ਿਆਦਾ ਸੋਹਣਾ ਏਰੀਆ ਹੈ, ਸਾਫ ਸੁਥਰਾ ਏਰੀਆ ਹੈ, ਔਰ ਬਹੁਤ ਹੀ ਜਿਹੜਾ ਆਉਣ ਵਾਲਾ ਜਿਹੜਾ ਕੱਲ੍ਹ ਹੈ, ਆਉਣ ਵਾਲੇ ਟਾਈਮ ਦੇ ਵਿੱਚ ਇਸ ਏਰੀਆ ਨੇ ਬਹੁਤ ਜ਼ਿਆਦਾ ਪ੍ਰੋਸਪਰ ਕਰਨਾ ਹੈ, ਔਰ ਮਹਿੰਗਾ ਏਰੀਆ ਵੀ ਹੈਗਾ ਹੈ। ਨਿਊ ਕੰਸਟਰਕਸ਼ਨ ਸਾਰੀ। ਹਾਂਜੀ। ਇੱਥੇ ਇੱਕ ਡਿਟੈਚ ਹਾਊਸ ਹੈ ਵੌਨ ਮਿਲਸ ਔਰ ਹਾਈਵੇ 27 ਤੇ 4 bedroom और 1 bedroom ਦੀ ਬੇਸਮੈਂਟ ਨਾਲ 4 ਵਾਸ਼ਰੂਮ, 4 bedroom ਉੱਪਰ 1 bedroom ਫਿਨਿਸ਼ ਬੇਸਮੈਂਟ ਥੱਲੇ ਨਾਲ 4 ਵਾਸ਼ਰੂਮ ਡਿਟੈਚ ਘਰ ਹੈ, ਔਰ ਇਹ ਹੈਗਾ ਵੌਨ ਦੇ ਵਿੱਚ ਵੌਨ ਮਿਲਸ ਔਰ ਹਾਈਵੇ 27 ਤੇ। ਇਹਦੀ ਕੀਮਤ ਹੈ $12,99,900 $1.299 million। $12,99,900 ਦਾ ਇਹ ਘਰ ਹੈ, 4 bedroom 4 ਵਾਸ਼ਰੂਮ 1 bedroom ਦੀ ਬੇਸਮੈਂਟ, ਫੁੱਲੀ ਡਿਟੈਚ ਹੋਮ, ਵੱਡਾ ਘਰ ਹੈ ਵੌਨ ਦੇ ਵਿੱਚ। ਤੇ ਜਿਹੜੇ ਮੇਰੇ ਭੈਣ ਭਰਾ ਵੌਨ ਦੇ ਏਰੀਆ ਵਿੱਚ ਅਗਰ ਘਰ ਦੇਖ ਰਹੇ ਨੇ ਤੇ ਮੈਨੂੰ ਇਸ ਘਰ ਵਾਸਤੇ ਕਾਲ ਜ਼ਰੂਰ ਕਰ ਲੈਣ। ਨੰਬਰ ਅਗੇਨ ਤੁਸੀਂ ਵੀ ਦੱਸਤਾ ਸਕਰੀਨ ਤੇ ਵੀ ਆ ਰਿਹਾ ਹੋਏਗਾ, 416 671 3000। ਤੇ ਨੀਲੇਪ ਜੀ, ਇਸ ਤੋਂ ਬਾਅਦ ਜਿਹੜੀ ਆਖਰੀ ਪ੍ਰੋਪਰਟੀ ਜਿਹੜੀ ਮੈਂ ਭੈਣਾਂ ਭਰਾਵਾਂ ਨਾਲ ਲੱਗਾ ਸ਼ੇਅਰ ਕਰਨ, ਉਹ ਹੈਗੀ ਏ ਮਿਸੀਸਾਗਾ ਦੇ ਵਿੱਚ। ਇਹ ਵੀ 2 story 4 bedroom 1 bedroom ਦੀ ਬੇਸਮੈਂਟ ਔਰ 4 ਵਾਸ਼ਰੂਮ ਦਾ ਘਰ ਹੈ। ਇਹ ਵੀ ਡਿਟੈਚ ਘਰ ਹੈ। ਇਹ ਹੈਗਾ ਓਲਡ ਡੈਰੀ ਰੋਡ ਤੇ ਔਰ ਮੈਵਿਸ ਤੇ। ਓਲਡ ਡੈਰੀ ਰੋਡ ਔਰ ਮੈਵਿਸ ਰੋਡ ਦੇ ਇੰਟਰਸੈਕਸ਼ਨ ਦੇ ਉੱਪਰ ਮਿਸੀਸਾਗਾ ਵਿੱਚ ਇਹ ਡਿਟੈਚ ਘਰ ਹੈ, 4 bedroom ਦਾ ਉੱਪਰ 1 bedroom ਦੀ ਫਿਨਿਸ਼ ਬੇਸਮੈਂਟ ਨਾਲ 4 ਵਾਸ਼ਰੂਮ 2 story, ਉਹਦਾ ਵੀ ਨਵਾਂ ਘਰ ਹੈ। ਇਹ ਹੈਗਾ ਹੈ $12,99,900। ਸੇਮ ਪ੍ਰਾਈਸ ਹੈ ਇਸ ਘਰ ਦੇ ਵੀ ਔਰ ਵਨ ਵਾਲੇ ਘਰ ਦੇ ਵੀ, $1.299 million। ਜ਼ਿਆਦਾ ਜਾਣਕਾਰੀ ਵਾਸਤੇ ਇਸ ਜਿਹੜੀ ਲਿਸਟ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਨੇ, ਤੁਸੀਂ ਮੈਨੂੰ ਕਦੀ ਵੀ
ਫੋਨ ਕਰਕੇ ਇਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਫੋਨ ਨੰਬਰ ਮੇਰਾ ਫਿਰ ਨੋਟ ਕਰ ਲਓ 416 671 3000 416 671 3000। ਮੇਰਾ ਨਾਮ ਸੁਧੀਰ ਮਹਿਤਾ ਹੈ। ਸੈਂਸ 21 ਪੀਪਲ ਚੋਇਸ ਦੇ ਨਾਲ ਮੈਂ ਕੰਮ ਕਰਨਾ ਤੇ ਮੇਰਾ ਆਪਣਾ ਆਫਿਸ ਹੈਗਾ। ਤੁਸੀਂ ਕਦੀ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਤੁਸੀਂ ਮੇਰੇ ਕੋਲ ਆ ਸਕਦੇ ਹੋ। 24/7 ਮੇਰਾ ਆਫਿਸ ਮੇਰੇ ਕੋਲ ਐਕਸੈਸ ਹੈਗੀ ਹੈ। ਹਾਈਵੇ 27 ਔਰ ਅਲਵਿਨ ਰੋਡ ਤੇ ਮੇਰਾ ਆਪਣਾ ਪਰਸਨਲ ਪ੍ਰਾਈਵੇਟ ਆਫਿਸ ਹੈ। ਔਰ ਦੂਜੀ ਗੱਲ ਦੇਵ ਜੀ, ਮੈਂ ਜਿਵੇਂ ਹਰ ਵਾਰੀ ਕਹਿਣਾ, ਇੱਕੋ ਛੱਤ ਥੱਲੇ ਤੁਹਾਡੀ ਹਰ ਜ਼ਰੂਰਤ ਜਿਹੜੀ ਰੀਅਲ ਸਟੇਟ ਦੇ ਨਾਲ ਸੰਬੰਧਿਤ ਹੈ ਪੂਰੀ ਕੀਤੀ ਜਾ ਸਕਦੀ ਹੈ। ਜੀ ਬਿਲਕੁਲ। ਔਰ ਜਿਹੜੀਆਂ ਸਰਵਿਸਿਜ਼ ਇਹ ਆਪ ਨਹੀਂ ਦਿੰਦੇ ਉਹ ਤੁਹਾਨੂੰ ਰਿਸੋਰਸਿਸ ਜਿਹੜੇ ਹੈਗੇ ਉਹਨਾਂ ਨਾਲ ਕਨੈਕਟ ਕਰਾਉਂਦੇ ਆ। ਚਾਹੇ ਉਹ ਹੋਮ ਡੈਕਰ ਦਾ ਕੰਮ ਹੋਵੇ, ਚਾਹੇ ਥੋੜ੍ਹੀ ਬਹੁਤੀ ਰਿਪੇਅਰ ਦਾ ਕੰਮ ਹੋਵੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਕਈ ਵਾਰੀ ਆਪਾਂ ਨੂੰ ਅੰਦਰੋਂ ਡੈਕੋਰੇਟ ਕਰਨਾ ਪੈਂਦਾ ਘਰ ਸੋਹਣਾ ਲੱਗਣ ਵਾਸਤੇ, ਉਹ ਵੀ ਇਹ ਕਰਕੇ ਦਿੰਦੇ ਨੇ। ਔਰ ਜੇਕਰ ਤੁਸੀਂ ਹੋਮ ਇੰਸਪੈਕਸ਼ਨ ਕਰਾਉਣੀ ਹੈ ਉਹਦਾ ਵੀ ਇੰਤਜ਼ਾਮ ਕਰ ਦਿੰਦੇ ਨੇ। ਔਰ ਜੇਕਰ ਤੁਸੀਂ ਮੌਰਗੇਜ ਦੀ ਪ੍ਰੋਬਲਮ ਆ ਰਹੀ ਹੈਗੀ ਆ, ਮੌਰਗੇਜ ਅਪਰੂਵ ਨਹੀਂ ਹੋ ਰਹੀ, ਉਹਦੇ ਵਿੱਚ ਵੀ ਤੁਹਾਡੀ ਜਿਹੜੀ ਹੈ ਹੈਲਪ ਕਰ ਸਕਦੇ ਨੇ। ਆਪ ਭਾਵੇਂ ਨਹੀਂ ਕਰਦੇ ਪਰ ਇਹਨਾਂ ਦੀ ਆਫਿਸ ਦੇ ਵਿੱਚ ਬਾਕੀ ਹੋਰ ਜਿਹੜੇ ਇਹਨਾਂ ਦੇ ਕਲੀਗ ਹੈਗੇ ਆ ਉਹ ਕੰਮ ਕਰਦੇ ਨੇ। ਅਤੇ ਇਹ ਕਿਵੇਂ ਨਾ ਕਿਵੇਂ ਤੁਹਾਡਾ ਜਿਹੜਾ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਰੀਅਲ ਸਟੇਟ ਨਾਲ ਜੋ ਵੀ ਸੰਬੰਧਿਤ ਕੋਈ ਵੀ ਤੁਹਾਨੂੰ ਕੰਮ ਹੈਗਾ ਜਾਂ ਕੋਈ ਵੀ ਤੁਹਾਨੂੰ ਲੋੜ ਹੈਗੀ ਉਹ ਇੱਕ ਛੱਤ ਥੱਲੇ ਪੂਰੀ ਕਰਕੇ ਦੇ ਸਕਦੇ ਨੇ। ਸੋ ਇਹਨਾਂ ਨੂੰ ਕਾਲ ਕਰਕੇ ਗੱਲਬਾਤ ਕਰ ਲਓ। ਪ੍ਰਾਪਰਟੀ ਲੈਣੀ ਆ, ਵੇਚਣੀ ਆ, ਜਾਂ ਤੁਸੀਂ ਕੋਈ ਕਮਰਸ਼ੀਅਲ ਪ੍ਰਾਪਰਟੀ ਦੇਖ ਰਹੇ ਹੋ, ਜਾਂ ਤੁਸੀਂ ਕੋਈ ਇਨਵੈਸਟਮੈਂਟ ਵਾਸਤੇ ਪ੍ਰਾਪਰਟੀ ਦੇਖ ਰਹੇ ਹੋ, ਸੋ ਤੁਸੀਂ ਸੁਧੀਰ ਮਹਿਤਾ ਜੀ ਨਾਲ ਗੱਲਬਾਤ ਕਰ ਲਓ। ਅਤੇ ਗੱਲਬਾਤ ਕਰਕੇ ਨਾਲ ਅਪੁਆਇੰਟਮੈਂਟ ਬਣਾ ਕੇ, ਅਤੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਟ੍ਰਾਂਜੈਕਸ਼ਨਸ ਹੁੰਦੀਆਂ ਉਦੋਂ ਇਹਨਾਂ ਦੀ ਫੀਸ ਬਣਦੀ ਹੈ, ਉਦੋਂ ਪਹਿਲਾਂ ਬਿਲਕੁਲ ਤੁਹਾਡੇ ਕੋਲ ਕੋਈ ਫੀਸ ਨਹੀਂ ਲਈ ਜਾਂਦੀ। ਜਿੰਨਾ ਚਿਰ ਤੁਸੀਂ ਸੈਟਿਸਫਾਈਡ ਨਹੀਂ ਹੁੰਦੇ, ਜਿੰਨਾ ਤੁਸੀਂ ਕੋਈ ਚੀਜ਼ ਬਾਏ ਨਹੀਂ ਕਰਦੇ ਉਦੋਂ ਤੱਕ ਕੋਈ ਫੀਸ ਚਾਰਜ ਨਹੀਂ ਕੀਤੀ ਜਾਂਦੀ। ਮੈਂ ਠੀਕ ਕਹਿ ਰਿਹਾ ਜੀ? ਨਹੀਂ, ਬਾਇਰ ਕੋਲੋਂ ਤਦ ਵੀ ਬਾਇਰ ਨੈਵਰ ਪੇਸ। ਬਾਇਰ ਕੋਲੋਂ ਨਹੀਂ, ਸੈਲਰ ਤੋਂ ਥੋੜੀ ਜਿਹੜੀ ਹੈਗੀ ਆ ਉਹ, ਕਿਉਂਕਿ ਬਾਇਰ ਨੇ ਤਾਂ ਪਹਿਲਾਂ ਹੋਰ ਬਹੁਤ ਖਰਚੇ ਹੁੰਦੇ ਆ ਸਿਰ ਤੇ। ਬਾਇਰ ਕਿਸੇ ਤਰ੍ਹਾਂ ਇੱਕ ਪੈਸਾ ਵੀ ਕਿਸੇ ਨੂੰ ਰੀਅਲਟਰ ਨੂੰ ਕਾਰ ਖਰੀਦਣ ਵਾਸਤੇ ਨਹੀਂ ਦਿੰਦਾ। ਜੀ ਜੀ। ਸੈਲਰ ਦੀ ਜਿਹੜੀ ਹੈਗੀ ਉਹਦੇ ਕੋਲੋਂ ਕਮਿਸ਼ਨ ਲਿਆ ਜਾਂਦਾ ਜੋ ਵੀ ਉੱਥੇ ਰਿਟਰਨ ਹੁੰਦਾ ਹੈਗਾ। ਸੋ ਬਹੁਤ ਬਹੁਤ ਮਿਹਰਬਾਨੀ ਸੁਧੀਰ ਜੀ, ਤੁਸੀਂ ਆਉਂਦੇ ਹੋ ਸਾਡੇ ਦਰਸ਼ਕਾਂ ਵਾਸਤੇ ਨਵੀਂ ਗੱਲਬਾਤ ਲੈ ਕੇ ਆਉਂਦੇ ਹੋ, ਰੀਅਲ ਸਟੇਟ ਨਾਲ ਜੋੜ ਕੇ ਰੱਖਦੇ ਹੋ। ਮਾਰਕੀਟ ਵਿੱਚ ਕੀ ਹੋ ਰਿਹਾ, ਕੁਛ ਨਾ ਕੁਛ, ਕੋਈ ਨਾ ਕੋਈ ਨਵੀਂ ਗੱਲ ਹਰ ਵਾਰੀ ਮੈਨੂੰ ਵੀ ਸਿੱਖਣ ਨੂੰ ਮਿਲਦੀ ਆ। ਹੋ ਸਕਦਾ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਸਿੱਖਣ ਨੂੰ ਨਵੀਂ ਕੋਈ ਨਾ ਕੋਈ ਗੱਲ ਜ਼ਰੂਰ ਮਿਲਦੀ ਹੋਵੇਗੀ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਹਰ ਵਾਰੀ ਇੱਕ ਤੁਹਾਡੇ ਵਾਸਤੇ ਗਜ਼ਲ ਜਾਂ ਗੀਤ ਜੋ ਕਿ ਸੁਧੀਰ ਮਹਿਤਾ ਜੀ ਦੀ ਆਪਦੀ ਕਲਾਕਾਰਤ ਹੁੰਦੀ ਆ, ਇਹ ਖੁਦ ਲਿਖਦੇ ਵੀ ਨੇ, ਔਰ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ। ਇੱਕ ਰਚਨਾ ਜਿਹੜੀ ਹੈਗੀ ਆ ਤੁਹਾਡੇ ਨਾਲ ਸੁਧੀਰ ਜੀ ਸਾਂਝੀ ਕਰਨਗੇ। ਸੋ ਸੁਧੀਰ ਜੀ ਅੱਜ ਕੀ ਲੈ ਕੇ ਆਏ ਹੋ? ਨਿਰਲੇਪ ਜੀ, ਅੱਜ ਗਜ਼ਲ ਇੱਕ ਜੀ ਭੈਣ ਭਰਾਵਾਂ ਨੂੰ ਪਸੰਦ ਆ ਗਈ। ਤੁਸੀਂ ਇੱਕ ਕੰਮ, ਮੇਰੀ ਇੱਕ ਬੇਨਤੀ ਜ਼ਰੂਰ ਹੈ ਸਾਰੇ ਭੈਣ ਭਰਾਵਾਂ ਨੂੰ ਜੀ, ਇਹ ਜਿਹੜਾ ਪੱਖ ਹੈ ਜੀਵਨ ਦਾ, ਇਹ ਕਿਵੇਂ ਦਾ ਤੁਹਾਨੂੰ ਲੱਗਦਾ ਹੈ? ਮੈਨੂੰ ਤੁਸੀਂ ਟੈਕਸਟ ਮੈਸੇਜ ਕਰਕੇ ਜਾਂ ਫੋਨ ਕਰਕੇ ਜਾਂ ਤੁਸੀਂ ਸਟੂਡੀਓ ਫੋਨ ਕਰਕੇ ਇਹ ਥੋੜ੍ਹੀ ਬਹੁਤ ਫੀਡਬੈਕ ਆਪਣੀ ਜ਼ਰੂਰ ਦੇਣਾ ਕਿ ਤੁਹਾਨੂੰ ਇਹ ਰਚਨਾਵਾਂ ਕਿਵੇਂ ਦੀਆਂ ਲੱਗੀਆਂ। ਜੀ ਜੀ ਜੀ। सहारा मिला है एक बेवफा का, सहारा मिला है एक बेवफा का, यही आसरा है मेरी जिंदगी का। सहारा मिला है एक बेवफा का, यही आसरा है मेरी जिंदगी का। ताउम्र खुदा खुश रखे उन्हें, ताउम्र खुदा खुश रखे उन्हें, कुछ तो असर हो मेरी दुआ का। सहारा मिला है एक बेवफा का, वफा उनसे ना हुई जफा हम ना कर सके जी। वफा उनसे ना हुई जफा हम ना कर सके, ना था कोई जोर किसी पर किसी का। सहारा मिला है एक बेवफा का, नाम मोहब्बत का भरम रख के जी लूं, नाम मोहब्बत का भरम रख के जी लूं, लौट कर इस अंजुमन में हो आना फिर किसी का। सहारा मिला है एक बेवफा का, यही आसरा है मेरी जिंदगी का। उसकी आंखों से पी थी बस एक बार हमने, वाह जी वाह।
उसकी आंखों से पी थी बस एक बार हमने, आज तक है हमें खुमारो नशा सा सहारा मिला है एक बेवफा का। दोस्त करते हैं रुसवा मुझे उसके नाम पर, दोस्त करते हैं रुसवा मुझे उसके नाम पर, मारा हुआ हूँ बस उसी एक अदा का सहारा मिला है एक बेवफा का। भुला चुका है दिल तमाम यादें सुधीर, वाह जी वाह। भुला चुका है दिल तमाम यादें सुधीर, लोग करते हैं जिक्र रह रह कर जरा सा। वाह जी वाह। भुला चुका है दिल तमाम यादें सुधीर, लोग करते हैं जिक्र रह रह कर जरा सा सहारा मिला है एक बेवफा का। यही आसरा है मेरी जिंदगी का, यही आसरा है मेरी जिंदगी का। बहुत खूब जी। ਮੈਨੂੰ ਇੱਕ ਗਾਣਾ ਯਾਦ ਆ ਰਿਹਾ ਹਿੰਦੀ ਫਿਲਮ ਦਾ, तुझे मेरी मोहब्बत का सहारा मिल गया होता तो मुझे भी शायद का नारा मिल ਗਿਆ ਹੋ। ਇਸ ਤਰ੍ਹਾਂ ਦਾ ਕੀ ਸੀਗਾ, ਬਸ ਉਹਦੇ ਨਾਲ ਮਿਲਦੀ ਜੁਲਦੀ ਜਿਹੜੀ ਸੀਗੀ ਤੁਹਾਡੀ ਗਜ਼ਲ ਸੀਗੀ, ਤਾਂ ਬਹੁਤ ਹੀ ਵਧੀਆ। ਕਿਸੇ ਦਿਨ ਇਹਨਾਂ ਦੇ ਨਾਲ ਇੱਕ ਵੱਖਰੀ ਇੰਟਰਵਿਊ ਮੈਂ ਕਰਨ ਜਾ ਰਿਹਾ ਜਿਹਦੇ 'ਚ ਅਸੀਂ ਰੀਅਲ ਸਟੇਟ ਦੀ ਬਿਲਕੁਲ ਗੱਲ ਨਹੀਂ ਕਰਨੀ, ਇਹਨਾਂ ਦੀ ਜਿਹੜੀਆਂ ਇਹਦੀ ਹੌਬੀ ਹੈਗੀ ਆ, ਕਿਸ ਤਰ੍ਹਾਂ ਇਹਨਾਂ ਨੇ ਜਿਵੇਂ ਡਿਵੈਲਪ ਕੀਤੀ ਆ, ਕਿੰਨੀਆਂ ਗਜ਼ਲਾਂ ਲਿਖ ਚੁੱਕੇ ਨੇ, ਕਦੋਂ ਲਿਖਦੇ ਨੇ, ਕੀ ਇਹ ਸਾਰਾ ਕਿੱਥੋਂ ਜਿਹੜੀ ਹੈਗੀ ਆ ਆਮਦ ਜਿਹਨੂੰ ਆਪਾਂ ਕਹਿੰਦੇ ਆ ਉਹ ਕਦੋਂ ਆਉਂਦੀ ਆ, ਕਿਵੇਂ ਇਹ ਸਾਰਾ ਰੀਅਲ ਸਟੇਟ ਦੇ ਵਿੱਚ ਜਿਹੜਾ ਬਿਜ਼ੀ ਹੋਣ ਦੇ ਬਾਵਜੂਦ ਵੀ ਕਿਵੇਂ ਸਮਾਂ ਕੱਢਦੇ ਆ। ਸੋ ਇਹ ਆਪਾਂ ਇਹਨਾਂ ਦੇ ਨਾਲ ਇੱਕ ਵੱਖਰੀ ਗੱਲਬਾਤ ਕਰਾਂਗੇ। ਸੋ ਜੇਕਰ ਕੋਈ ਵੀ ਤੁਹਾਨੂੰ ਰੀਅਲ ਸਟੇਟ ਨਾਲ ਸੰਬੰਧਿਤ ਸੇਵਾਵਾਂ ਚਾਹੀਦੀਆਂ ਨੇ ਤਾਂ ਤੁਸੀਂ ਸੁਧੀਰ ਮਹਿਤਾ ਜੀ ਨੂੰ ਕਾਲ ਕਰ ਸਕਦੇ ਹੋ ਜੀ। 416 671 3000 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਤੁਸੀਂ ਮੈਸੇਜ ਛੱਡ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ, ਤੁਹਾਨੂੰ ਵਾਪਸ ਕਾਲ ਕਰ ਲੈਣਗੇ। ਔਰ ਜੇਕਰ ਕਾਲ ਮਿਸ ਵੀ ਹੋ ਜਾਂਦੀ ਹੈ ਤਾਂ ਇਹਨਾਂ ਦਾ ਸੁਭਾਅ ਕਿ ਇਹ ਹਰ ਇੱਕ ਜਿੰਨੀਆਂ ਵੀ ਕਾਲਾਂ ਮਿਸ ਹੋਈਆਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ। ਅਸਲੀ ਜੀ ਆਪਣੇ ਕੋਲ 2 ਮਿੰਟ ਹੈਗੇ ਆ, ਤੁਸੀਂ ਕੋਈ ਸਾਡੇ ਦਰਸ਼ਕਾਂ ਨੂੰ ਸੰਦੇਸ਼ ਦੇਣਾ ਚਾਹੋ ਤਾਂ। ਬਸ ਨੀਲੇਪ ਜੀ, ਮੈਂ ਇਹੋ ਹੀ ਕਹਿਣਾ ਚਾਹੁੰਦਾ ਭੈਣ ਭਰਾਵਾਂ ਨੂੰ, ਤੁਹਾਡੇ ਕੋਈ ਵੀ ਜ਼ਰੂਰਤ ਜਿਹੜੀ ਰੀਅਲ ਸਟੇਟ ਨਾਲ ਤਾਲੁਕ ਰੱਖਦੀ ਹੈ ਉਹ ਇੱਕੋ ਫੋਨ ਕਾਲ ਕਰਨ ਨਾਲ ਪੂਰੀ ਹੋ ਸਕਦੀ ਹੈ। ਔਰ ਇਹ ਇੱਕ ਫੋਨ ਕਾਲ ਤੁਹਾਡੇ ਹਜ਼ਾਰਾਂ ਡਾਲਰ ਵੀ ਬਚਾ ਸਕਦੀ ਹੈ। ਕਿਵੇਂ? ਇਹ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ। ਅਗਰ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਤੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਆਪਣੇ ਜਾਣਨਾ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਘਰ ਦੀ ਕੀਮਤ ਵੱਧ ਤੋਂ ਵੱਧ ਕਿਵੇਂ ਮਿਲ ਸਕਦੀ ਹੈ, ਤੇ ਮੈਨੂੰ ਤੁਸੀਂ ਕਾਲ ਜ਼ਰੂਰ ਕਰ ਲਓ। ਬਾਕੀ ਤੇ ਨੀਲੇਪ ਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਆਪਣਾ ਸਮਝ ਦਿੰਦੇ ਹੋ। ਸਾਰੇ ਹੱਸਦੇ ਵਸਦੇ ਰਹਿਣ ਭੈਣਾਂ ਭਰਾ, ਤੇ ਇਸੇ ਤਰ੍ਹਾਂ ਹੀ ਮਹਿਫਲਾਂ ਲੱਗਦੀਆਂ ਰਹਿਣ ਤੇ ਅਸੀਂ ਇੱਕ ਦੂਜੇ ਨਾਲ ਮਿਲਦੇ ਰਹੀਏ। ਸੋ ਅਗਲੇ ਹਫਤੇ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਪੇਸ਼ ਹੋਵਾਂਗੇ। ਤਦ ਤੱਕ ਦਿਓ ਜੀ ਸਾਨੂੰ ਇਜਾਜ਼ਤ। ਸਾਰਿਆਂ ਦਾ ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ।